वर्ल्ड हाइपरटेंशन डे मई ਦੇ ਮਹੀਨੇ ਮਨਾਇਆ ਜਾਂਦਾ। ਹਰ 17 ਮਈ ਨੂੰ ਵਰਲਡ ਹਾਈਪਰਟੈਂਸ਼ਨ ਡੇ ਮਨਾਇਆ ਜਾਂਦਾ ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਵੇ। ਦੁਨੀਆ ਦੇ ਵਿੱਚ 1.3 ਬਿਲੀਅਨ ਲੋਕ ਹੋਣਗੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ। ਅਡਲਟਸ ਦੀ ਮੈਂ ਗੱਲ ਕਰ, ਉਹਦੇ ਵਿੱਚੋਂ ਬਹੁਤ ਸਾਰੇ ਲੋਕ ਹੋਣਗੇ, ਕਮ ਸੇ ਕਮ 2/3 ਜਿਨ੍ਹਾਂ ਨੂੰ ਇਹ ਪਤਾ ਨਹੀਂ ਕਿ ਉਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਕਿ ਨਹੀਂ ਹੈ। ਜਿਹੜੀ ਚੀਜ਼ ਤੁਹਾਨੂੰ ਆਮ ਤੌਰ ਤੇ ਡੇਲੀ ਹਰ ਰੋਜ਼ ਤੰਗ ਨਹੀਂ ਕਰਦੀ, ਉਹਦੇ ਬਾਰੇ ਤੁਸੀਂ ਧਿਆਨ ਨਹੀਂ ਦਿੰਦੇ। ਇਹ ਬੜੀ ਵੱਡੀ ਮੁਸੀਬਤ ਹੈ ਕਿ ਕਈ ਵਾਰੀ ਸਪੋਜ਼ ਵੀ ਤੁਸੀਂ ਕਿਸੇ ਡਾਕਟਰ ਕੋਲ ਗਏ ਨਹੀਂ, ਜੇ ਤੁਹਾਨੂੰ ਇੱਕ ਦੋ ਵਾਰੀ ਕਿ ਜੇ ਉਹਨਾਂ ਨੇ ਤੁਹਾਨੂੰ ਕਿਹਾ ਵੀ ਹੈ ਕਿ ਤੁਹਾਡਾ ਬਲੱਡ ਪ੍ਰੈਸ਼ਰ ਹੈਗਾ, ਤੁਸੀਂ ਤਾਂ ਪਹਿਲੇ ਗੱਲ ਤੇ ਮੰਨੇ ਨਹੀਂ। ਜੇ ਜਦੋਂ ਨਹੀਂ ਮੰਨੇ ਤਾਂ ਫਿਰ ਜਦੋਂ ਤੁਸੀਂ ਕੋਈ ਤੁਹਾਡੀ ਫੈਮਿਲੀ ਵਾਲੇ ਤੁਹਾਡੀ ਇੰਸ਼ੋਰੈਂਸ ਕਰਾ ਰਹੇ ਜਾਂ ਤੁਸੀਂ ਕਰ ਲਿਆ ਜਾਂ ਜੋ ਵੀ ਤੁਸੀਂ ਆਪਣਾ ਕੋਈ ਪ੍ਰੋਟੈਕਸ਼ਨ ਕਰਾ ਰਹੇ ਹੋ ਤਾਂ ਉਹ ਤੁਹਾਡੇ ਏਜੰਟ ਨੇ ਕਹਿਣਾ ਵੀ ਤੁਹਾਡੀ ਤਾਂ ਬਲੱਡ ਦੇ ਵਿੱਚ ਪ੍ਰੋਬਲਮ ਹੈ। ਪਿੱਛੇ ਅਸੀਂ ਆਪਣੀ ਹੋਮ ਕੰਟਰੀ ਦੇ ਵੀ ਰਹਿੰਦੇ ਹੁੰਦੇ ਆ ਤੇ ਉੱਥੇ ਬਹੁਤ ਸਾਰੇ ਲੋਕ ਕਹਿੰਦੇ ਆ ਬਲੱਡ ਵੱਧਦਾ ਜੀ, ਹਨਾ। ਉਹ ਛੋਟਾ ਮੋਟਾ ਹੀ ਸਮਝਦੇ ਆ ਇਹਨੂੰ, ਇਹ ਕਹਿੰਦੇ ਆ ਕਿ ਨਹੀਂ ਕੋਈ ਗੋਲੀ ਖਾ ਲਵਾਂਗੇ। ਜਿਸ ਹਿਸਾਬ ਨਾਲ ਸਾਡੀ ਬਾਡੀ ਨੇ ਸਾਡੇ ਪੇਟ ਬਾਹਰ ਨੂੰ ਆਏ ਹੁੰਦੇ ਨੇ, ਤੇ ਐਕਚੁਅਲੀ ਇੱਕ ਸਮਾਂ ਸੀ ਵੀ ਜਦੋਂ ਆਪਣੇ ਕਲਚਰ ਵਿੱਚ ਕਹਿਣਾ ਵੀ ਜਿਹਦਾ ਪੇਟ ਨਹੀਂ ਹੈਗਾ ਉਹਦੇ ਤੋਂ ਉਹ ਖਾਂਦਾ ਪੀਂਦਾ ਨਹੀਂ ਹੈਗਾ, ਉਹ ਮੜੇ ਘਰ ਤੋਂ ਆਲ ਦਿਸ। ਇਹ ਸਾਰੀਆਂ ਜਿਹੜੀਆਂ ਸੀ ਨਾ ਕਿ ਜਿਹੜੀਆਂ ਗੱਲਾਂ ਗਲਤ ਨੇ ਅਸੀਂ ਨਾਲ ਲੈ ਕੇ ਤੁਰਦੇ ਰਹਿੰਦੇ ਹਾਂ। ਅਸੀਂ ਜਦੋਂ ਮਾਂ ਪਿਓ ਤੋਂ ਦੂਰ ਹੋ ਜਾਂਦੇ ਹਾਂ ਜਾਂ ਅਸੀਂ ਆਪੇ 'ਚ ਰਹਿਣ ਲੱਗ ਜਾਂਦੇ ਹਾਂ ਜਾਂ ਅਸੀਂ ਕਲਚਰ ਉਹ ਵਾਲਾ ਅਡੈਪਟ ਕਰ ਲੈਂਦੇ ਹਾਂ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ, ਉੱਥੇ ਅਸੀਂ ਫਰਾਈਡ ਫੂਡ ਜ਼ਿਆਦਾ ਖਾਂਦੇ ਹਾਂ। ਅਸੀਂ ਜਿਹੜਾ ਆ ਉਹ ਜਿਹੜਾ ਬਾਹਰੋਂ ਲੈ ਕੇ 버ਗਰ ਖਾ ਲਏ, ਪੀਜ਼ੇ ਖਾ ਲਏ, ਉਹ ਚੀਜ਼ਾਂ ਵੀ ਇਫੈਕਟ ਪਾਉਂਦੀਆਂ ਨੇ ਕਿ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਜਾਂਦਾ। ਜਿਹੜੇ ਘਰਾਂ ਦੇ ਵਿੱਚ ਲੋਕ ਕੰਮ ਕਰਦੇ ਸੀ ਨਾ, ਜਿਹੜੀ ਉਹਨਾਂ ਨੂੰ ਆਪਾਂ ਦਾਲਾਂ ਸਬਜ਼ੀਆਂ ਜਾਂ ਲੱਸੀ ਦਿੰਦੇ ਸੀ, ਐਕਚੁਅਲੀ ਉਹ ਤੁਹਾਡੇ ਨਾਲੋਂ ਹੈਲਥੀ ਸਨ। ਕਾਰਨ ਇਹ ਸੀ ਵੀ ਐਕਚੁਅਲੀ ਅਸਲੀ ਡਾਈਟ ਤੇ ਅਸੀਂ ਉਹਨਾਂ ਨੂੰ ਦੇ ਰਹੇ ਹਾਂ, ਆਪ ਅਸੀਂ ਤਾਂ ਖਾ ਰਹੇ ਹਾਂ ਨੌਨਸੈਂਸ। ਸਾਨੂੰ ਪਿਕ ਐਂਡ ਚੂਜ਼ ਕਰਨਾ ਪੈਣਾ ਕਿ ਅਸੀਂ ਕਿਸ ਤਰ੍ਹਾਂ ਦਾ ਫੂਡ ਜਿਹੜਾ ਉਹ ਲਾਈਕ ਕਰ ਸਕਦੇ। ਜਿਹੜਾ ਫਰੂਟਸ ਵਾਲਾ ਜਿਹੜਾ ਹੋਏਗੀ ਸਾਈਟ, ਉਹ ਸਭ ਤੋਂ ਘੱਟ ਹੁੰਦੀ ਹੈ ਕਿਉਂਕਿ ਸਭ ਤੋਂ ਮਹਿੰਗਾ ਕੰਮ ਹੈ। ਸਾਂਝਾ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਅਰਸ਼ਦੀਪ ਦੇ ਵੱਲੋਂ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਹੈਲਥ ਸ਼ੋ ਦੇ ਵਿੱਚ ਅਸੀਂ ਲਗਾਤਾਰ ਗੱਲਬਾਤ ਕਰਦੇ ਹਾਂ ਡਿਸੀਜ਼ਸ ਦੇ ਬਾਰੇ। ਪਿਛਲੇ ਹਫਤੇ ਅਸੀਂ ਬੀਪੀ ਦੇ ਬਾਰੇ ਗੱਲਬਾਤ ਕੀਤੀ ਸੀ ਤੇ ਕੀ ਤੁਹਾਨੂੰ ਪਤਾ ਹੈ ਕਿ ਪੂਰੇ ਵਰਲਡ ਦੇ ਵਿੱਚ 1 ਬਿਲੀਅਨ ਤੋਂ ਜ਼ਿਆਦਾ ਲੋਕ ਹਾਈਪਰਟੈਂਸ਼ਨ ਦੇ ਨਾਲ ਰਹਿੰਦੇ ਨੇ। ਹਾਈਪਰਟੈਂਸ਼ਨ ਡੇ, ਵਰਲਡ ਹਾਈਪਰਟੈਂਸ਼ਨ ਡੇ ਮਈ ਦੇ ਮਹੀਨੇ ਮਨਾਇਆ ਜਾਂਦਾ। ਹਰ 17 ਮਈ ਨੂੰ ਵਰਲਡ ਹਾਈਪਰਟੈਂਸ਼ਨ ਡੇ ਮਨਾਇਆ ਜਾਂਦਾ ਤਾਂ ਕਿ ਲੋਕਾਂ ਨੂੰ ਅਵੇਅਰ ਕੀਤਾ ਜਾਵੇ, ਕੰਸਰਨ ਕੀਤਾ ਜਾਵੇ ਇਹਦੇ ਪ੍ਰਤੀ ਦੱਸਿਆ ਜਾਵੇ ਕਿ ਕਿਸ ਤਰ੍ਹਾਂ ਦੇ ਨਾਲ ਡਿਟੈਕਟ ਕੀਤਾ ਜਾ ਸਕਦਾ, ਮੈਜਰ ਕੀਤਾ ਜਾ ਸਕਦਾ, ਕੰਟਰੋਲ ਕੀਤਾ ਜਾ ਸਕਦਾ। ਪਿਛਲੇ ਹਫਤੇ ਡਾਕਟਰ ਗੁਲਜ਼ਾਰ ਚੀਮਾ ਨੇ ਦੱਸਿਆ ਸੀ ਕਿ ਅਸੀਂ ਜੇ ਇੱਕ ਵਾਰ ਸਾਨੂੰ ਬੀਪੀ ਦੀ ਪ੍ਰੋਬਲਮ ਹੋਣ ਲੱਗੀ, ਅਸੀਂ ਇਸ ਨੂੰ ਰੋਕ ਤਾਂ ਨਹੀਂ ਸਕਦੇ, ਕਿਉਰ ਤਾਂ ਨਹੀਂ ਕਰ ਸਕਦੇ, ਪਰ ਹਾਂ ਸਾਡੇ ਹੱਥ ਦੇ ਵਿੱਚ ਇਹ ਹੈ ਕਿ ਅਸੀਂ ਇਸ ਨੂੰ ਕੰਟਰੋਲ ਕਰ ਸਕਦੇ ਹਾਂ। ਕੰਟਰੋਲ ਕਿਵੇਂ ਕੀਤਾ ਜਾ ਸਕਦਾ, ਇਸ ਬਾਰੇ ਗੱਲਬਾਤ ਕਰਾਂਗੇ, ਡਾਈਟ ਦੇ ਬਾਰੇ ਗੱਲਬਾਤ ਕਰਾਂਗੇ ਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਅੱਜ ਇਸ ਟੌਪਿਕ ਦੇ ਉੱਤੇ ਜਿਹੜੀਆਂ ਨੇ ਉਹ ਕਹਿ ਸਕਦੇ ਹਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਥੀਮ ਵੱਖੋ ਵੱਖਰੇ ਰੱਖੇ ਜਾਂਦੇ ਨੇ। ਜਦੋਂ ਹਾਈਪਰਟੈਂਸ਼ਨ ਦੀ ਗੱਲ ਆਉਂਦੀ ਹੈ ਤਾਂ ਇੱਕ ਅੰਬਰੇਲਾ ਦੇ ਅੰਡਰ ਜਿਹੜੀਆਂ ਨੇ ਇਹ ਕਈ ਕੰਟਰੀਜ਼ ਨੇ ਇਹ ਸ਼ੁਰੂ ਕੀਤਾ ਸੀ ਵਰਲਡ ਹਾਈਪਰਟੈਂਸ਼ਨ ਡੇ ਮਨਾਉਣਾ, ਤੇ ਇਸ ਦੇ ਅੰਡਰ ਉਹਨਾਂ ਨੇ ਕਿਹਾ ਸੀ ਕਿ ਮੈਜਰ ਯੂਰ ਬੀਪੀ, ਕੰਟਰੋਲ ਇਟ ਐਂਡ ਲਿਵ ਲੌਂਗਰ। ਸੋ ਇਹ ਥੀਮ ਕਿਸ ਤਰ੍ਹਾਂ ਦੇ ਨਾਲ ਲੋਕ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਰਹੇ ਨੇ, ਇਸ ਬਾਰੇ ਵੀ ਗੱਲਬਾਤ ਕਰਾਂਗੇ ਤੇ ਗੱਲਬਾਤ ਕਰਨ ਦੇ ਲਈ ਸਵਾਗਤ ਕਰ ਲੈਂਦੇ ਹਾਂ ਡਾਕਟਰ ਗੁਲਜ਼ਾਰ ਚੀਮਾ ਦਾ। ਡਾਕਟਰ ਚੀਮਾ, ਸਵਾਗਤ ਹੈ ਜੀ। ਥੈਂਕ ਯੂ ਸੋ ਮਚ ਸਾਰਿਆਂ ਨੂੰ, ਸਤਿ ਸ੍ਰੀ ਅਕਾਲ। ਤੇ ਅੱਜ ਪਿਛਲੇ ਹਫਤੇ ਪ੍ਰੋਗਰਾਮ ਕੀਤਾ ਸੀ ਆਪਾਂ ਇਹਦੇ ਬਾਰੇ, ਹਾਈ ਬਲੱਡ ਪ੍ਰੈਸ਼ਰ ਬਾਰੇ ਐਕਸਪਲੇਨ ਕੀਤਾ ਸੀ ਵੀ ਬਲੱਡ ਪ੍ਰੈਸ਼ਰ ਕੀ ਹੁੰਦਾ ਹੈ, ਸਿਸਟੋਲਿਕ ਬਲੱਡ ਪ੍ਰੈਸ਼ਰ ਕੀ ਹੈ, ਡਾਇਸਟੋਲਿਕ ਕੀ ਹੈ, ਕਿਸ ਸਮੇਂ ਤੇ ਤੁਹਾਨੂੰ ਚੈੱਕ ਕਰਾਉਣਾ ਚਾਹੀਦਾ, ਕੀ ਪ੍ਰੋਬਲਮ ਆ ਸਕਦੀਆਂ। ਸੋ ਥੋੜਾ ਜਿਹਾ ਮੈਂ ਐਕਸਪਲੇਨ ਕਰਨਾ ਚਾਹੁੰਦਾ ਤਾਂ ਕਿ ਥੋੜਾ ਜਿਹਾ ਕਨੈਕਸ਼ਨ ਬਣ ਜਾਏ ਪਿਛਲੀ ਵਾਰ ਦੇ ਨਾਲ। ਪਹਿਲੀ ਗੱਲ ਤਾਂ ਜਿਹੜਾ ਬਲੱਡ ਪ੍ਰੈਸ਼ਰ ਹੈ, ਇਸ ਮਹੀਨੇ ਮਈ ਦੇ ਮਹੀਨੇ 17 ਨੂੰ ਦੁਨੀਆ ਦੇ ਵਿੱਚ ਇਹ ਦਿਨ ਜਿਹੜਾ ਨਾ ਇਹਨੂੰ ਆਪਾਂ ਸੈਲੀਬ੍ਰੇਟ ਨਹੀਂ ਕਰਦੇ ਪਰ ਅਵੇਅਰਨੈਸ ਕ੍ਰੀਏਟ ਕਰਨੇ ਆ। WHO ਵਾਲਿਆਂ ਨੇ ਇੱਕ ਦਿਨ ਸੈੱਟ ਕੀਤਾ ਕਿ ਤੁਸੀਂ ਇਸ ਦਿਨ ਇਹਦੇ ਬਾਰੇ ਸੋਚੋ। ਦੁਨੀਆ ਦੇ ਵਿੱਚ 1.3 ਬਿਲੀਅਨ ਲੋਕ ਹੋਣਗੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਹੈਗੀ। ਅਡਲਟਸ ਦੀ ਮੈਂ ਗੱਲ ਕਰ, ਉਹਦੇ ਵਿੱਚੋਂ ਬਹੁਤ ਸਾਰੇ ਲੋਕ ਹੋਣਗੇ, ਕਮ ਸੇ ਕਮ 2/3 ਜਿਨ੍ਹਾਂ ਨੂੰ ਇਹ ਪਤਾ ਨਹੀਂ ਕਿ ਉਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਕਿ ਨਹੀਂ ਹੈ। ਜਿਹੜੇ ਅਮੀਰ ਮੁਲਕ ਨੇ, ਜਿਹੜੇ ਜਿਨ੍ਹਾਂ ਮੁਲਕਾਂ ਵਿੱਚ ਸਰਵਿਸਿਜ਼ ਪ੍ਰੋਪਰ ਹੈਗੀਆਂ ਨੇ, ਉਹਨਾਂ ਦਾ ਹਾਲਤ ਥੋੜ੍ਹੀ ਚੰਗੀ ਹੈ, ਪਰ ਜਿਨ੍ਹਾਂ ਵਿੱਚ ਅਜੇ ਨਹੀਂ ਸਰਵਿਸ ਹੈਗੀ ਉਹਨਾਂ ਦੀ ਹਾਲਤ ਮਾੜੀ ਹੈ। ਇਹਦੀ ਪ੍ਰੋਬਲਮ ਇਹ ਆਉਂਦੀ ਵੀ ਹੈਗਾ ਬਾਡੀ ਵਿੱਚ ਸਾਇਲੈਂਟ ਕਿਲਰ। ਜਿਸ ਤਰ੍ਹਾਂ ਯੂ ਸੈਡ ਕਿ
ਇਹਦੇ ਬਾਰੇ ਕਈ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਕਿ ਤੁਹਾਡੀ ਬਾਡੀ ਤੇ ਕਿਸ ਤਰੀਕੇ ਨਾਲ ਇੰਪੈਕਟ ਕਰਦਾ। ਬਹੁਤ ਲੋਕਾਂ ਨੂੰ ਤੇ ਪਤਾ ਨਹੀਂ ਹੁੰਦਾ ਵੀ ਮੈਨੂੰ ਬਲੱਡ ਪ੍ਰੈਸ਼ਰ ਹੈ ਕਿ ਨਹੀਂ ਹੈ। ਉਦੋਂ ਪਤਾ ਲੱਗਦਾ ਜਦੋਂ ਉਹ ਜਾਂ ਤੇ ਉਹ ਜਦੋਂ ਐਮਰਜੈਂਸੀ ਜਾਣ, ਜਾਂ ਉਹਨਾਂ ਨੂੰ ਹਾਰਟ ਅਟੈਕ ਹੋਏ, ਜਾਂ ਸਟ੍ਰੋਕ ਹੋਏ, ਜਾਂ ਉਹਨਾਂ ਦੀ ਕਿਡਨੀਜ਼ ਮਾਰੀਆਂ ਜਾਣ। ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੀ ਚੀਜ਼ ਤੁਹਾਨੂੰ ਆਮ ਤੌਰ ਤੇ ਡੇਲੀ ਹਰ ਰੋਜ਼ ਤੰਗ ਨਹੀਂ ਕਰਦੀ, ਉਹਦੇ ਬਾਰੇ ਤੁਸੀਂ ਧਿਆਨ ਨਹੀਂ ਦਿੰਦੇ। ਜਦੋਂ ਤੁਹਾਡੇ ਡਾਕਟਰ ਨੇ ਫॉर ਐਗਜ਼ਾਮਪਲ ਤੁਹਾਨੂੰ ਕਹਿ ਦਿੱਤਾ ਵੀ ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੈ, ਉਹ ਸਾਰਿਆਂ ਦੇ ਦਿਮਾਗ 'ਚ ਹੁੰਦਾ ਵੀ ਜੇ ਬਲੱਡ ਪ੍ਰੈਸ਼ਰ ਮੈਨੂੰ ਹੋ ਗਿਆ ਤੇ ਮੈਂ ਦਵਾਈ ਸ਼ੁਰੂ ਕਰਾਂਗਾ, ਦਵਾਈ ਮੈਨੂੰ ਲੱਗ ਜੇਗੀ, ਇਹ ਪ੍ਰੋਬਲਮ ਵੱਧ ਜੇਗੀ, ਹੋ ਸਕਦਾ ਮੇਰੇ ਖਲਾਸੀ ਨਹੀਂ ਹੋਣੀ। ਕੋਈ ਨਸ਼ੇ ਵਾਲੀ ਦੀ ਗੱਲ ਤੇ ਹੈ ਨਹੀਂ, ਇਹ ਤੇ ਦਵਾਈ ਤੁਹਾਨੂੰ ਲੈਣੀ ਪੈਣੀ ਹੈ। ਤੇ ਜਦੋਂ ਤੁਹਾਡਾ ਤੇ ਦੂਜੀ ਗੱਲ ਹੈ ਵੀ ਫਾਲੋ ਅਪ ਤੇ ਬਹੁਤ ਵੱਡਾ ਇੱਕ ਇਸ਼ੂ ਹੈ, ਕਿਉਂਕਿ ਜਿਹੜੀ ਚੀਜ਼ ਤੁਹਾਨੂੰ ਡੇ ਟੂ ਡੇ ਤੁਹਾਡੇ ਇੰਪੈਕਟ ਨਹੀਂ ਕਰਦੀ ਇਨੀਸ਼ੀਅਲ ਸਟੇਜ ਦੇ ਵਿੱਚ, ਉਹਦਾ ਤੁਸੀਂ ਫਾਲੋ ਅਪ ਨਹੀਂ ਕਰਦੇ। ਜੇ ਕੋਈ ਹੋਰ ਹੈ, ਕੋਈ ਕੈਂਸਰ ਦੀ ਟ੍ਰੀਟਮੈਂਟ ਕਰਵਾਉਣੀ ਹੈ, ਜਾਂ ਤੁਸੀਂ ਕੋਈ ਕਿਡਨੀ ਦਾ ਤੁਹਾਡਾ ਡੈਮੇਜ ਹੋ ਸਕਾ, ਡਾਇਲਿਸਿਸ ਕਰਾ ਰਹੇ ਹੋ, ਜਾਂ ਤੁਹਾਨੂੰ ਕੋਈ ਹੋਰ ਮਾਨਸਿਕ ਤੌਰ 'ਤੇ ਪ੍ਰੋਬਲਮ ਹੈ, ਜਾਂ ਤੁਹਾਡੇ ਗੁਰਦੇ ਫੇਲ ਹੋਏ ਨੇ, ਜਾਂ ਤੁਸੀਂ ਸਟ੍ਰੋਕ ਫਾਲੋ ਅਪ ਕਰਦੇ ਪਏ ਹੋ, ਫਿਰ ਵੀ ਤੁਹਾਨੂੰ ਪਤਾ ਹੁੰਦਾ ਵੀ ਅੱਜ ਇਹ ਤਕਲੀਫ ਮੈਂ ਅੱਜ ਨਾ ਠੀਕ ਕੀਤੀ ਤੇ ਕੱਲ੍ਹ ਨੂੰ ਮੈਨੂੰ ਪ੍ਰੋਬਲਮ ਹੋਣੀ ਹੈ। ਪਰ ਐਕਚੁਅਲੀ ਮੋਸਟਲੀ ਜਿਹੜੀਆਂ ਸਾਰੀਆਂ ਗੱਲਾਂ ਦੀ ਜੜ੍ਹ ਤੇ ਹੈਗੀ ਹਾਈ ਬਲੱਡ ਪ੍ਰੈਸ਼ਰ। ਜਿੰਨੀ ਦੇਰ ਤੱਕ ਉਸ ਸਮੇਂ ਉਸ ਟਾਈਮ ਤੇ ਪਹੁੰਚਦੀ ਹੈ, ਉਹਦੀ ਜਿਹੜੀ ਪ੍ਰੈਜੈਂਟੇਸ਼ਨ ਹੈ ਨਾ, ਉਹ ਬੜਾ ਟਾਈਮ ਲੱਗਦਾ। ਫॉर ਐਗਜ਼ਾਮਪਲ ਕਿ ਤੁਹਾਨੂੰ ਕਈ ਵਾਰੀ ਹੁੰਦਾ ਵੀ ਤੁਹਾਨੂੰ ਕੋਈ ਤਕਲੀਫ ਨਹੀਂ, ਜਸਟ ਮੇਬੀ ਬੇਸਿਕਲੀ ਟਾਇਰਡਨੈਸ, ਥਕਾਵਟ ਮਹਿਸੂਸ ਕਰਦੇ ਹੋ, ਪੈਰਾਂ 'ਚ ਸੋਜ ਵਗੈਰਾ ਆ ਜਾਂਦੀ ਹੈ, ਜਾਂ ਤੁਹਾਡੇ ਡਾਕਟਰ ਕੋਲ ਜਾਣਾ, ਉਹਨਾਂ ਨੇ ਕਹਿਣਾ ਵੀ ਤੁਹਾਡੇ ਮੈਂ ਰੂਟੀਨ 'ਚ ਬਲੱਡ ਕੀਤਾ ਸੀ, ਉਹਦੇ ਵਿੱਚ ਪ੍ਰੋਬਲਮ ਆਈ ਹੈ, ਤੁਹਾਡਾ ਕਿਡਨੀ ਫੰਕਸ਼ਨਸ ਇੰਪੇਅਰ ਨੇ, ਜਾਂ ਸ਼ੁਰੂਆਤ ਹੋਈ ਹੈ, ਜਾਂ ਤੁਹਾਡਾ ਕੋਲੈਸਟਰੋਲ ਵਧਿਆ, ਤੇ ਤੁਸੀਂ ਆਲ ਆਫ ਏ ਸਡਨ ਜੇ ਕੋਈ ਤੁਹਾਡੀ ਕੋਈ ਫੈਮਿਲੀ ਵਿੱਚ ਕੋਈ ਚੈੱਕਅਪ ਕਰਦਾ ਪਿਆ ਘਰ, ਉਹਨਾਂ ਨੇ ਕਹਿਣਾ ਮੇਰਾ ਵੀ ਨਾਲ ਬਲੱਡ ਪ੍ਰੈਸ਼ਰ ਚੈੱਕ ਕਰ ਦਿਓ। ਉੱਥੇ ਤੁਹਾਨੂੰ ਕਈ ਵਾਰੀ ਗੱਲਬਾਤ ਦਾ ਪਤਾ ਲੱਗਦਾ ਵੀ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਮੈਨੂੰ ਹੈਗੀ ਹੈ। ਜਾਂ ਫਿਰ ਕੋਈ ਇੰਸ਼ੋਰੈਂਸ ਕੰਪਨੀ ਵਾਲੇ ਤੁਹਾਡੇ ਕੋਲ ਚੈੱਕ ਕਰਨਾ ਹੋਣ, ਤੁਹਾਡੀ ਇੰਸ਼ੋਰੈਂਸ ਕਰਕੇ, ਉਹਦੇ ਬਾਰੇ ਵੀ ਮੈਂ ਇੱਕ ਦੋ ਗੱਲਾਂ ਕਰਾਂਗਾ ਕਿ ਜਦੋਂ ਅਸੀਂ, ਕਿਉਂਕਿ ਇਹ ਬੜੀ ਵੱਡੀ ਮੁਸੀਬਤ ਹੈ ਕਿ ਕਈ ਵਾਰੀ ਸਪੋਜ਼ ਵੀ ਤੁਸੀਂ ਕਿਸੇ ਡਾਕਟਰ ਕੋਲ ਗਏ ਹੀ ਨਹੀਂ, ਜੇ ਤੁਹਾਨੂੰ ਇੱਕ ਦੋ ਵਾਰੀ ਕਿ ਜੋ ਉਹਨਾਂ ਨੇ ਤੁਹਾਨੂੰ ਵੀ ਕਿਹਾ ਵੀ ਹੈ ਵੀ ਤੁਹਾਡਾ ਬਲੱਡ ਪ੍ਰੈਸ਼ਰ ਹੈਗਾ, ਤੁਸੀਂ ਤਾਂ ਪਹਿਲਾਂ ਹੀ ਗੱਲ ਤੇ ਮੰਨੇ ਨਹੀਂ। ਜਦੋਂ ਨਹੀਂ ਮੰਨੇ ਤਾਂ ਫਿਰ ਜਦੋਂ ਤੁਸੀਂ ਕੋਈ ਤੁਹਾਡੀ ਫੈਮਿਲੀ ਵਾਲੇ ਤੁਹਾਡੀ ਇੰਸ਼ੋਰੈਂਸ ਕਰਾ ਰਹੇ, ਜਾਂ ਤੁਸੀਂ ਕਰ ਲਿਆ, ਜਾਂ ਜੋ ਵੀ ਤੁਸੀਂ ਆਪਣਾ ਕੋਈ ਪ੍ਰੋਟੈਕਸ਼ਨ ਕਰਾ ਰਹੇ ਹੋ, ਤਾਂ ਉਹ ਤੁਹਾਡੇ ਏਜੰਟ ਨੇ ਕਹਿਣਾ ਵੀ ਤੁਹਾਡੇ ਤੇ ਬਲੱਡ ਦੇ ਵਿੱਚ ਪ੍ਰੋਬਲਮ ਹੈ, ਤੁਹਾਡਾ ਬਲੱਡ ਪ੍ਰੈਸ਼ਰ ਹਾਈ ਹੈ, ਨਾਲ ਤੁਹਾਨੂੰ ਜਿਹੜੀਆਂ ਨਾ ਉਹਦੇ ਵਿੱਚ ਕੋਈ ਨਾ ਕੋਈ ਟੈਸਟ ਕਰਨਾ, ਉਹਦੇ ਵਿੱਚ ਕੋਈ ਨਾ ਕੋਈ ਇਸ਼ੂ ਆਉਣਾ, ਫਿਰ ਤੁਸੀਂ ਕਹਿਣਾ ਵੀ ਮੈਨੂੰ ਤਾਂ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੀ ਨਹੀਂ ਹੈਗੀ। ਫਿਰ ਜਾ ਕੇ ਆਪਾਂ ਡਾਕਟਰ ਨਾਲ ਆਰਗਿਊ ਕਰਨਾ, ਉਹਦੇ ਨਾਲ ਬਹਿਸ ਕਰਨ ਦੇ ਬਾਅਦ ਫਿਰ ਕਹਿਣਾ ਵੀ ਕਈ ਵਾਰੀ ਇਹ ਵੀ ਕਹਿੰਦੇ ਨੇ ਆਪਣੇ ਲੋਕ, ਕਈ ਸਾਰੇ ਨਹੀਂ ਮੈਂ ਕਹਿ ਸਕਦਾ, ਵੀ ਇਹਨੂੰ ਰਫਾ ਦਫਾ ਕਰੋ, ਇਹਨੂੰ ਲਿਖਣਾ ਨਹੀਂ ਵੀ ਮੈਨੂੰ ਬਲੱਡ ਪ੍ਰੈਸ਼ਰ ਹੈ ਕਿ ਨਹੀਂ ਹੈ। ਪਰ ਇਹ ਨਹੀਂ ਸਮਝਦੇ ਵੀ ਜਿਹੜੀ ਚੀਜ਼ ਤੁਸੀਂ ਕੋਈ ਗਲਤ ਇਨਫੋਰਮੇਸ਼ਨ ਦੇ ਕੇ ਆਪਣੀ ਇੰਸ਼ੋਰੈਂਸ ਕਰਾ ਰਹੇ ਹੋ, ਉਹ ਜੇ ਤੁਹਾਨੂੰ ਕੱਲ੍ਹ ਨੂੰ ਕੋਈ ਅਣਹੋਣੀ ਹੋ ਗਈ, ਤੁਹਾਡੀ ਫੈਮਿਲੀ ਨੂੰ ਕੁਝ ਨਹੀਂ ਮਿਲਣਾ, ਤੁਸੀਂ ਫੈਮਿਲੀ ਨੂੰ ਵੀ ਧੋਖਾ ਦੇ ਰਹੇ ਹੋ ਅਨਨੋਇੰਗਲੀ, ਜਾਂ ਕਈ ਵਾਰੀ ਤੁਹਾਡੇ ਦਿਮਾਗ ਦੇ ਵਿੱਚ ਗੱਲ ਨਹੀਂ ਆਉਂਦੀ, ਜਾਂ ਜਿਹੜੇ ਤੁਸੀਂ ਪੈਸੇ ਦੇ ਰਹੇ ਹੋ ਉਹ ਵੀ ਖਰਾਬ ਜਾਣੇ। ਸੋ ਇਸ ਚੀਜ਼ ਦਾ ਧਿਆਨ ਰੱਖੋ, ਕਿਉਂਕਿ ਅਸੀਂ ਪਹਿਲਾਂ ਵੀ ਦੇਖਿਆ ਡਾਕਟਰ ਜੀਮਾ ਕਿ ਜਦੋਂ ਅਸੀਂ ਪਿੱਛੇ ਅਸੀਂ ਆਪਣੀ ਹੋਮ ਕੰਟਰੀ ਦੇ ਵੀ ਰਹਿੰਦੇ ਹੁੰਦੇ ਆ, ਤੇ ਉੱਥੇ ਬਹੁਤ ਸਾਰੇ ਲੋਕ ਕਹਿੰਦੇ ਆ ਬਲੱਡ ਵੱਧਦਾ ਜੀ, ਹਨਾ, ਉਹ ਛੋਟਾ ਮੋਟਾ ਹੀ ਸਮਝਦੇ ਆ ਇਹਨੂੰ, ਇਹ ਕਹਿੰਦੇ ਆ ਕਿ ਨਹੀਂ ਕੋਈ ਗੋਲੀ ਖਾ ਲਵਾਂਗੇ, ਜਾਂ ਕੋਈ ਆ ਘਰੇ ਰੈਮੇਡੀਜ਼ ਯੂਜ਼ ਕਰ ਲੈਂਦੇ ਨੇ, ਕੋਈ ਕਹਿ ਦਿੰਦਾ ਜੀ ਲੈਮਨ ਪੀ ਲਓ, ਕੋਈ ਕਹਿੰਦਾ ਹੈਗਾ ਪਾਣੀ ਪੀ ਲਓ, ਕੋਈ ਕਹਿ ਰਿਹਾ ਅਦਰਕ ਪਾ ਕੇ ਪਾਣੀ ਪੀ ਲਓ। ਸੋ ਉਹ ਚੀਜ਼ਾਂ ਕਰਕੇ ਅਸੀਂ ਸੀਰੀਅਸਨੈਸ ਨਹੀਂ ਦਿਖਾਉਂਦੇ, ਅਸੀਂ ਡਾਕਟਰ ਵੱਲ ਜਾਣ ਤੋਂ ਭੱਜਦੇ ਆ, ਤੇ ਅਸੀਂ ਇਹਨਾਂ ਚੀਜ਼ਾਂ ਦੇ ਵੱਲ ਜ਼ਿਆਦਾ ਭੱਜਦੇ ਆ ਕਿ ਹਾਂ ਇਹ ਲੈ ਲਿਆ ਅਸੀਂ, ਇਹਦੇ ਨਾਲ ਠੀਕ ਹੋ ਜਾਾਂਗੇ, ਹਾਈ ਬਲੱਡ ਪ੍ਰੈਸ਼ਰ ਆ ਠੀਕ ਹੋ ਜਾਊਗਾ, ਨਾਰਮਲ ਹੋ ਜਾਊਗਾ। ਦੇਖੋ ਇਹ ਬਿਲਕੁਲ ਗੱਲਾਂ ਕਾਫੀ ਗੱਲਾਂ ਠੀਕ ਨੇ, ਕਿਉਂਕਿ ਹਰ ਘਰ ਦੀ ਕਨਵਰਸੇਸ਼ਨ ਹੈ ਬਲੱਡ ਪ੍ਰੈਸ਼ਰ ਦੀ, ਉਹਦੇ ਵਿੱਚੋਂ ਤੇ ਮੈਂ ਗੱਲਾਂ ਅੱਗੇ ਜਾ ਕੇ ਕਰਾਂਗਾ। ਇਹ ਮੈਂ ਗੱਲ ਖਤਮ ਕਰਨੀ ਚਾਹੁੰਦਾ ਸੀ ਕਿ ਇਹਨੂੰ ਮਿਸ ਜਿਹੜੀਆਂ ਰੈਪਰੈਜ਼ੈਂਟੇਸ਼ਨ ਨਹੀਂ ਕਰਨੀ ਚਾਹੀਦੀ, ਕਿਉਂਕਿ ਤੁਹਾਡੇ ਵਾਸਤੇ ਠੀਕ ਨਹੀਂ। ਸੋ ਜਦੋਂ ਤੁਹਾਨੂੰ ਬਲੱਡ ਪ੍ਰੈਸ਼ਰ ਤੁਹਾਡਾ ਡਾਇਗਨੋਸਿਸ ਹੋ ਗਿਆ, ਤੁਹਾਡੇ ਟੈਸਟ ਹੋਣੇ ਨੇ, ਡਾਕਟਰ ਨੂੰ ਮਿਲ ਜਾਣਾ, ਡਾਕਟਰ ਨੇ ਤੁਹਾਡੇ ਨਾਲ ਗੱਲਬਾਤ ਕਰਨੀ ਹੈ, ਤੁਹਾਨੂੰ ਐਕਸਪਲੇਨ ਕਰਨ ਦੀ ਟਰਾਈ ਕਰਨੀ ਵੀ ਹੈ। ਕਈ ਵਾਰੀ ਸਮਝ ਆਉਂਦੀ ਜਾਂ ਨਹੀਂ ਆਉਂਦੀ, ਉਹ ਤੁਹਾਡੀ ਕਈ ਵਾਰੀ ਤੁਸੀਂ ਸਮਝਣਾ ਨਹੀਂ ਚਾਹੁੰਦੇ। ਪਰ ਅੱਜ ਕੱਲ੍ਹ ਸਾਰੀ ਜਿਹੜੀ ਇਨਫੋਰਮੇਸ਼ਨ ਜਿਹੜੀ ਮੈਂ ਵੀ ਤੁਹਾਡੇ ਸਾਹਮਣੇ ਪੇਸ਼ ਕਰਨਾ ਪਿਆ, ਸਾਰੀਆਂ ਸਾਈਟਸ ਤੋਂ ਹੈ, ਇਹ ਸਾਇੰਸ ਬੇਸਡ ਹੈ, ਉੱਥੋਂ ਅਸੀਂ ਲੈ ਕੇ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਨੇ ਆ। ਪੇਸ਼ੈਂਟਸ ਨਾਲ ਗੱਲਬਾਤ ਉਸੇ ਤਰੀਕੇ ਨਾਲ ਕਰੀਦੀ ਹੈ, ਪਰ ਹਰ ਵਾਰੀ ਹਰ ਟਾਈਮ 'ਤੇ ਸੇਮ ਗੱਲ ਨਹੀਂ ਹੋ ਸਕਦੀ ਹਰ ਪੇਸ਼ੈਂਟ ਦੀ। ਸੋ ਇਸ ਕਰਕੇ ਜਿਹੜਾ ਇਹ ਪ੍ਰੋਗਰਾਮ ਹੈ, ਤੁਸੀਂ ਉਹਦੇ ਥਰੂ ਬਹੁਤ ਕੁਝ ਸਿੱਖ ਸਕਦੇ ਹੋ। ਫਿਰ ਹੁੰਦਾ ਵੀ ਜਦੋਂ ਤੁਹਾਡਾ ਡਾਇਗਨੋਸਿਸ ਬਣ ਗਿਆ, ਤੁਹਾਨੂੰ ਉਹਨਾਂ ਵੇਰੀਅਸ ਆਪਸ਼ਨ ਦੇਣੀਆਂ। ਪਹਿਲੀ ਸਭ ਤੋਂ ਹੁੰਦੀ ਤੁਸੀਂ ਡਾਈਟ ਕੰਟਰੋਲ ਕਰੋ। ਡਾਈਟ ਦੇ ਵਿੱਚ ਕਿਹੜੀਆਂ ਗੱਲਾਂ ਨੇ, ਇੱਕ ਡੈਸ਼ ਡਾਈਟ ਬੜੀ ਮਸ਼ਹੂਰ ਹੈ ਵੀ ਤੁਸੀਂ ਨਾ ਜਿਹੜਾ ਡਾਈਟ ਜਿਹੜੀ ਹੈ ਨਾ ਅਪਰੂਵਡ, ਜਿਹੜਾ ਕਿ
ਜਿਹੜੇ ਫੂਡ ਨੇ ਉਸ ਡਾਈਟ ਦੇ ਵਿੱਚ ਕੀ ਹੁੰਦੇ ਨੇ, ਮੈਂ ਪੜ੍ਹ ਕੇ ਦੱਸਣਾ ਕਿ ਵਾਰੀ ਗੱਲ ਮੈਨੂੰ ਭੁੱਲ ਜਾਂਦੀ ਹੈ ਕਿ ਬੀਨਸ ਜਾਂ ਉਹਦੇ ਵਿੱਚ ਹੋਣ ਫਰੂਟ ਹੋਏ, ਲੀਨ ਮੀਟ, ਪੋਲਟਰੀ ਜਾਂ ਫਿਸ਼ ਹੋਏ, ਲੋ ਫੈਟੀ ਡਾਈਟ ਜਿਹੜੀ ਹੈ ਨਾ, ਨਟਸ ਐਂਡ ਸੀਡਸ ਤੇ ਵੈਜੀਟੇਬਲਸ ਤੇ ਹੋਲ ਗ੍ਰੇਨਸ, ਇਹ ਜਿਹੜੀ ਸਾਰੀ ਡਾਈਟ ਹੈ ਨਾ ਇਹ ਤੁਹਾਨੂੰ ਮੈਨੇਜ ਕਰਨੀ ਚਾਹੀਦੀ। ਇਹ ਕਾਫੀ ਪੋਰਸ਼ਨ ਤੁਹਾਡੀ ਡਾਈਟ ਦਾ ਇਹ ਚਾਹੀਦਾ। ਫਿਰ ਤੁਸੀਂ ਆਪਣਾ ਭਾਰ ਦੇਖਣਾ ਕਿ ਮੇਰਾ ਭਾਰ ਕਿੰਨਾ, ਤੁਹਾਡਾ ਭਾਰ ਕੱਲਾ ਓਵਰਆਲ weight ਨਹੀਂ, ਜਿਹੜਾ ਤੁਹਾਡਾ ਪੇਟ ਦਾ ਸਾਈਜ਼ ਹੈ ਉਹਨੂੰ ਤੁਹਾਨੂੰ ਮੇਜਰ ਕਰਨਾ ਪੈਣਾ। ਜ਼ਿਆਦਾ ਸਾਡੇ ਲੋਕਾਂ ਵਿੱਚ ਫੋਰ ਐਗਜ਼ਾਮਪਲ ਕਿ ਸਾਡੀ ਬਾਡੀ, ਉਹ ਸਾਡੀ ਬਾਡੀ ਤੇ ਏਡੀ ਵੱਡੀ ਹੈ ਨਹੀਂ ਸਾਰਿਆਂ ਦੀ, ਜਿਸ ਹਿਸਾਬ ਨਾਲ ਸਾਡੀ ਬਾਡੀ ਨੇ ਸਾਡੇ ਪੇਟ ਬਾਹਰ ਨੂੰ ਆਏ ਹੁੰਦੇ ਨੇ। ਤੇ ਐਕਚੁਅਲੀ ਇੱਕ ਸਮਾਂ ਸੀ ਵੀ ਜਦੋਂ ਆਪਣੇ ਕਲਚਰ ਵਿੱਚ ਕਹਿਣਾ ਵੀ ਜਿਹਦਾ ਪੇਟ ਨਹੀਂ ਹੈਗਾ ਉਹਦੇ ਤੋਂ ਉਹ ਖਾਂਦਾ ਪੀਂਦਾ ਨਹੀਂ ਹੈਗਾ, ਉਹ ਮੜੇ ਘਰ ਤੋਂ ਹੈ। ਆਲ ਦਿਸ, ਇਹ ਸਾਰੀਆਂ ਜਿਹੜੀਆਂ ਸੀ ਨਾ ਕਈ ਜਿਹੜੀਆਂ ਗੱਲਾਂ ਗਲਤ ਨੇ ਅਸੀਂ ਨਾਲ ਲੈ ਕੇ ਤੁਰਦੇ ਰਹਿੰਦੇ ਹਾਂ, ਉਹ ਫਿਰ ਅਸੀਂ ਭਾਰ ਵਧਾ ਲੈਂਦੇ ਹਾਂ। ਭਾਰ ਵਧਾਉਣ ਦੇ ਨਾਲ ਹੁੰਦਾ ਵੀ ਬਲੱਡ ਪ੍ਰੈਸ਼ਰ ਵੀ ਵੱਧਦਾ, ਸ਼ੂਗਰ ਦੀ ਪ੍ਰੋਬਲਮ ਵੀ ਆਉਂਦੀ। ਸੋ ਇਸ ਕਰਕੇ ਜਿਹੜਾ ਤੁਹਾਡਾ ਪੇਟੀ ਦਾ ਸਾਈਜ਼ ਹੈ ਤੁਹਾਨੂੰ ਉਹ ਮੇਜਰ ਕਰਨਾ ਚਾਹੀਦਾ। ਉਹ 90 ਸੈਂਟੀਮੀਟਰ ਤੋਂ ਚਾਹੀਦਾ ਨਹੀਂ ਬੰਦਿਆਂ ਦੇ ਵਿੱਚ, ਅਤੇ 80 ਸੈਂਟੀਮੀਟਰ ਲੇਡੀਜ਼ ਦੇ ਵਿੱਚ। ਜਿਹੜਾ ਤੁਹਾਡਾ ਨੈਕ ਦਾ ਸਾਈਜ਼ ਹੈ ਉਹ ਵੀ 16-17 ਤੋਂ ਜ਼ਿਆਦਾ ਨਹੀਂ ਚਾਹੀਦਾ। ਸੋ ਉਹਨੂੰ ਵਾਚ ਕਰੋ। ਉਹਨੂੰ ਘਟਾਉਣ ਵਾਸਤੇ ਜਿਹੜੀ ਹੈ ਨਾ ਇੰਪੋਰਟੈਂਟ ਚੀਜ਼ ਹੈ ਤੁਹਾਡਾ ਡਾਈਟ ਦਾ ਕੰਟਰੋਲ ਹੋਣਾ। ਇਕੱਲਾ ਐਕਸਰਸਾਈਜ਼ ਨਾਲ ਗੱਲ ਨਹੀਂ ਬਣਨੀ। ਕਿ ਡਾਕਟਰ ਸਾਹਿਬ ਮੈਨੂੰ ਲੱਗਦਾ ਹੁੰਦਾ ਲਿਵਿੰਗ ਸਟੈਂਡਰਡ ਵੀ ਸਾਡਾ ਮੈਟਰ ਕਰਦਾ। ਅਸੀਂ ਜਦੋਂ ਬੈਕ ਹੋਮ ਹੁੰਦੇ ਸੀ ਜਾਂ ਅਸੀਂ ਕਈ ਵਾਰ ਹੁੰਦੇ ਆ ਕਿ ਘਰੇ ਕੁੱਕ ਕਰਕੇ ਫੂਡ ਖਾਂਦੇ ਆ, ਅਸੀਂ ਜਦੋਂ ਮਾਂ ਪਿਓ ਤੋਂ ਦੂਰ ਹੋ ਜਾਂਦੇ ਆ ਜਾਂ ਅਸੀਂ ਆਪੇ 'ਚ ਰਹਿਣ ਲੱਗ ਜਾਂਦੇ ਆ ਜਾਂ ਅਸੀਂ ਕਲਚਰ ਉਹ ਵਾਲਾ ਅਡੈਪਟ ਕਰ ਲੈਂਦੇ ਆ ਕਿਸੇ ਹੋਰ ਦੇਸ਼ ਦੇ ਵਿੱਚ ਜਾ ਕੇ, ਉੱਥੇ ਅਸੀਂ ਫਰਾਈਡ ਫੂਡ ਜ਼ਿਆਦਾ ਖਾਂਦੇ ਆ। ਅਸੀਂ ਜਿਹੜਾ ਆ ਉਹ ਜਿਹੜਾ ਬਾਹਰੋਂ ਲੈ ਕੇ 버ਗਰ ਖਾ ਲਏ, ਪੀਜ਼ੇ ਖਾ ਲਏ, ਉਹ ਚੀਜ਼ਾਂ ਵੀ ਇਫੈਕਟ ਪਾਉਂਦੀਆਂ ਨੇ ਕਿ ਤੁਹਾਡਾ ਬਲੱਡ ਪ੍ਰੈਸ਼ਰ ਵੱਧ ਜਾਂਦਾ। ਦੇਖੋ ਜਿਹੜਾ ਪਹਿਲਾਂ ਟਾਈਮ ਸੀ ਉਹਦੇ ਵਿੱਚੋਂ ਐਕਸਰਸਾਈਜ਼ ਹੁੰਦੀ ਸੀ, ਵਾਕ ਕਰਦੇ ਸੀ ਲੋਕਾਂ ਨੇ, ਬਾਹਰ ਜਾਣਾ, ਖੇਤੀਬਾੜੀ ਕਰਨੀ, ਬਾਈਸਾਈਕਲ ਚਲਾਉਣਾ। ਬਹੁਤ ਘੱਟ ਲੋਕਾਂ ਕੋਲੋਂ ਸਕੂਟਰ ਜਾਂ ਮੋਟਰਸਾਈਕਲ ਸਨ, ਕਾਰਾਂ ਸਨ, ਲਿਮਟਿਡ ਨੰਬਰ ਵਿੱਚ ਸਨ। ਉਹ ਫਿਰ ਜਿਹੜੀ ਐਕਟੀਵਿਟੀ ਨਾਲ ਫਰਕ ਪੈਂਦਾ ਸੀ, ਲੋਕੀ ਫਿਟ ਰਹਿੰਦੇ ਸੀ। ਇੱਕ ਸਮਾਂ ਸੀ ਕਿ ਜਿਹੜੇ ਘਰਾਂ ਦੇ ਵਿੱਚ ਲੋਕ ਕੰਮ ਕਰਦੇ ਸੀ ਨਾ, ਜਿਹੜੀ ਉਹਨਾਂ ਨੂੰ ਆਪਾਂ ਦਾਲਾਂ ਸਬਜ਼ੀਆਂ ਜਾਂ ਲੱਸੀ ਦਿੰਦੇ ਸੀ, ਐਕਚੁਅਲੀ ਉਹ ਤੁਹਾਡੇ ਨਾਲੋਂ ਹੈਲਥੀ ਸਨ। ਕਾਰਨ ਇਹ ਸੀ ਵੀ ਐਕਚੁਅਲੀ ਅਸਲੀ ਡਾਈਟ ਤੇ ਅਸੀਂ ਉਹਨਾਂ ਨੂੰ ਦੇ ਰਹੇ ਹਾਂ, ਆਪ ਅਸੀਂ ਤਾਂ ਖਾ ਰਹੇ ਹਾਂ ਨੌਨਸੈਂਸ। ਸੋ ਇਸ ਕਰਕੇ ਤੁਸੀਂ ਨੋਟ ਕੀਤਾ ਹੋਣਾ ਵੀ ਇੱਕ ਟਾਈਮ ਸੀ 50-60 ਸਾਲ ਪਹਿਲਾਂ, ਜਿੰਨੀਆਂ ਵੀ ਤੁਸੀਂ ਕੋਈ ਮੂਵੀਜ਼ ਦੇਖ ਲਓ, ਕਿਸੇ ਪਾਸੇ ਵੀ ਹਰ ਬੰਦਾ ਜਾਂ ਹਰ ਲੇਡੀ ਫਿੱਟ ਹੁੰਦੀ ਸੀ, ਉਹਦੇ ਵਿੱਚੋਂ ਕੋਈ ਭਾਰ ਨਹੀਂ ਸੀ ਜ਼ਿਆਦਾ ਹੁੰਦਾ। ਸੋ ਕਿਉਂਕਿ ਇੱਕ ਤੇ ਹੁੰਦੀ ਸੀ ਤੁਹਾਡੇ ਕੋਲ ਪੈਸੇ ਘੱਟ, ਦੂਜਾ ਜਿਹੜੀ ਫੂਡ ਦੀ ਪ੍ਰੋਡਕਸ਼ਨ ਘੱਟ ਹੁੰਦੀ ਸੀ, ਪਲੱਸ ਜਿਹੜੀ ਸੀ ਨਾ ਜਿਹੜੀ ਇੱਕ ਰਿਵਾਜ, ਇੱਕ ਮੈਥਡ ਸੀ ਵੀ ਪੋਰਸ਼ਨਸ ਬੜੇ ਇੰਪੋਰਟੈਂਟ ਸਨ। ਹੁਣ ਪੋਰਸ਼ਨ ਦੀ ਗੱਲ ਤੇ ਰਹੀ ਨਹੀਂ। ਜਦੋਂ ਲੋਕ ਇਸ ਕੰਟਰੀ ਵਿੱਚ ਆ ਗਏ, ਹਰ ਜਗ੍ਹਾ ਤੇ ਬਫੇ ਦੇ ਸਾਇੰਸਾਂ ਲੋਕਾਂ ਨੇ ਬਿਲਕੁਲ ਜਿਸ ਤਰ੍ਹਾਂ ਨਾ ਕੋਈ ਚੀਜ਼ ਕਈ ਵਾਰੀ ਉਹਦੇ ਮਗਰ ਹੀ ਪੈ ਜਾਣਾ। ਸੋ ਇਹ ਪ੍ਰੋਬਲਮ ਕਰਕੇ ਸਾਡਾ ਭਾਰ ਵਧਿਆ। ਪਰ ਹੁਣ ਪਤਾ ਕੀ ਹੋ ਰਿਹਾ, ਜਿਹੜੇ ਲੋਕ ਬਾਕੀ ਕੰਟਰੀਆਂ 'ਚ ਬੈਠੇ ਨੇ, ਮੇ ਵੀ ਉਹ ਜ਼ਿਆਦਾ ਫਿੱਟ ਹੋ ਰਹੇ ਨੇ। ਜਿਹੜੇ ਬੈਕ ਹੋਮ ਨੇ ਉਹ ਮੈਂ ਦੇਖਣਾ ਵੀ ਉਹਨਾਂ ਦੀ ਸਾਡੇ ਨਾਲ ਵੀ ਮਾੜੀ ਹਾਲਤ ਹੈ। ਗੱਲ ਇਹ ਕਿ ਉਹਨਾਂ ਦੀ ਐਕਸਰਸਾਈਜ਼ ਘੱਟ ਗਈ। ਦੂਜਾ ਉਹਨਾਂ ਦਾ ਖਾਣ ਪੀਣ ਦਾ ਤਰੀਕਾ ਜਿਹੜਾ ਨਾ ਅੱਗੇ ਨਾ ਮਾੜਾ ਹੋ ਗਿਆ। ਜਿਹੜਾ ਪ੍ਰੋਸੈਸ ਫੂਡ ਹੈ ਨਾ, ਇਹਦੇ ਬਾਰੇ ਪ੍ਰੋਗਰਾਮ ਗੱਲ ਕਰਨਾ ਮੈਂ 1-2 ਕਰਾਂਗਾ। ਜਿਹੜਾ ਪ੍ਰੋਸੈਸ ਫੂਡ ਹੈ ਇੰਨਾ ਖਤਰਨਾਕ ਹੈ, ਇਹਦੇ ਵਿੱਚ ਨੁਕਸਾਨ ਵੀ ਬੜਾ, ਪਰ ਕਨਵੀਨੀਅੰਸ ਦਾ ਮਤਲਬ ਨਹੀਂ ਵੀ ਆਪਣੀ ਬਾਡੀ ਨੂੰ ਨੁਕਸਾਨ ਕਰਨਾ। ਤੁਹਾਨੂੰ ਜਿਹੜੀ ਫਰੈਸ਼ ਚੀਜ਼ ਹੈ ਉਹਦੇ ਤੋਂ ਤਾਂ ਲੋਕੀ ਚਲੇ ਗਏ ਨੇ ਦੂਰ, ਮਿਲਦੀ ਨਹੀਂ। ਹੁਣ ਕੋਵਿਡ-19 ਦੇ ਵਿੱਚ ਆ ਲੜਾਈ ਕਰਕੇ ਤਾਂ ਹੋਰ ਵੀ ਪ੍ਰੋਬਲਮ ਪੈ ਗਈ ਹੈ। ਸੋ ਜਿਹੜੀ ਓਵਰਆਲ ਜਿਹੜਾ ਨਾ ਤੁਹਾਡੀ ਗੱਲ ਤੋਂ ਸਾਰਿਆਂ ਨੂੰ ਆਉਣੀ ਚਾਹੀਦੀ ਸਮਝ ਕੇ, ਜਿਹੜਾ ਪ੍ਰੋਸੈਸ ਫੂਡ ਹੈ ਜੋ ਅਸੀਂ ਖਾਂਦੇ ਹਾਂ, ਸਾਲਟ ਇਨਟੇਕ ਹੈ ਜਾਂ ਐਕਸੈਸਿਵ ਫੂਡ ਖਾ ਰਹੇ ਹਾਂ, 3 ਵਾਰੀ ਦੇ ਨਾਲ 4 ਵਾਰੀ 5 ਵਾਰੀ ਖਾ ਜਾਂਦੇ ਹਾਂ। ਜਾਂ ਹੁਣ ਆ ਸੀਜ਼ਨ ਆਇਆ, ਹੁਣ ਮਈ ਦਾ ਕੰਮ ਸ਼ੁਰੂ ਹੋ ਗਿਆ, ਆਪਣੇ ਅਗਸਤ ਤੱਕ ਇਹ ਚੱਲਣੀਆਂ ਨੈਵਰ ਐਂਡਿੰਗ ਵੱਡੀਆਂ ਪੰਜਾਬੀ ਪਾਰਟੀਆਂ, 6-6 ਦਿਨ 7-7 ਦਿਨ, ਸੇਮ ਫੂਡ, ਸੇਮ ਬੰਦੇ, ਸੇਮ ਆਊਟਲੈਟ, ਡਿਫਰੈਂਟ ਫੰਕਸ਼ਨ ਦੇ ਨਾਂ ਨੇ, ਖਾ ਕੇ ਦੇ ਨਾ ਬਿਲਕੁਲ ਹੀ ਬੰਦਾ ਫੁੱਲ ਜਾਂਦਾ। ਉਹਦੇ ਵਿੱਚੋਂ ਇਹ ਹੁੰਦਾ ਕਿ ਨੈਚੁਰਲੀ ਉਹ ਆਪਣੀ ਤੁਹਾਡੀ ਸੇਵਾ ਕਰਨਾ ਚਾਹੁੰਦੇ ਨੇ, ਵੀ ਤੁਹਾਡਾ ਵੀ ਫਰਜ਼ ਬਣਦਾ ਐਜ਼ ਏ ਗੈਸਟ ਵੀ ਜਿਹੜੀ ਸੇਵਾ ਕਰਦੇ ਪਏ ਉਹਨੂੰ ਥੋੜ੍ਹਾ ਜਿਹਾ ਮੋਨੀਟਰ ਵੀ ਕਰਨਾ ਪੈਣਾ। ਕਈ ਵਾਰੀ ਥੋੜਾ ਜਿਹਾ ਫਰੂਟ ਤਾਂ ਰੱਖ ਦਿੰਦੇ ਹੁੰਦੇ, ਪਰ ਸਾਡਾ ਧਿਆਨ ਨਹੀਂ ਜਾਂਦਾ। ਸਾਨੂੰ ਪਿਕ ਐਂਡ ਚੂਜ਼ ਕਰਨਾ ਪੈਣਾ ਕਿ ਅਸੀਂ ਕਿਸ ਤਰ੍ਹਾਂ ਦਾ ਫੂਡ ਜਿਹੜਾ ਉਹ ਲਾਈਕ ਕਰ ਸਕਦੇ। ਜਿਹੜਾ ਫਰੂਟਸ ਵਾਲਾ ਜਿਹੜਾ ਨਾ ਹੋਏਗੀ ਸਾਈਟ, ਉਹ ਸਭ ਤੋਂ ਘੱਟ ਹੁੰਦੀ ਹੈ ਕਿਉਂਕਿ ਸਭ ਤੋਂ ਮਹਿੰਗਾ ਕੰਮ ਹੈ। ਸੋ ਜਿਹੜਾ ਸਭ ਤੋਂ ਸਸਤਾ ਕੰਮ ਹੈ ਉਹਦੇ ਵਿੱਚੋਂ ਉਹ ਜ਼ਿਆਦਾ ਜ਼ੋਰ ਹੁੰਦਾ। ਹੁਣ ਕੀ ਹੈ, ਰੋਟੀ, ਰਾਈਸ, ਨਾਨ ਐਂਡ ਆਲ ਦੋਸ ਥਿੰਗ ਤੁਹਾਡਾ ਭਾਰ ਵਧਾਉਣਾ ਤੁਹਾਡੇ ਵਿੱਚ ਸਾਲਟ ਜ਼ਿਆਦਾ, ਜਿਹੜੀ ਚੀਜ਼ ਸਵਾਦ ਨਹੀਂ ਉਹ ਜਿਵੇਂ ਸਾਲਟ ਨਹੀਂ ਹੈਗਾ, ਸਾਲਟ ਲੋਕਾਂ ਨੇ ਪਾ ਦੇਣਾ। ਉਹ ਘਿਓ ਪਾ ਰਹੇ ਨੇ, ਮੱਖਣ ਪਾ ਰਹੇ ਨੇ, ਕਈ ਨੇ ਚੀਜ਼ਾਂ ਤੁਹਾਡੇ ਸਾਹਮਣੇ ਪਤਾ ਹੁੰਦਾ ਉਹਦੇ ਵਿੱਚ ਪਿਆ ਸਾਰਾ ਕੁਝ, ਤੇਲ ਪਿਆ ਜਾਂ ਕਈ ਚੀਜ਼ਾਂ ਫਾਲਤੂ ਪਈਆਂ ਨੇ, ਉਹਨਾਂ ਨੂੰ ਵਾਚ ਕਰੋ। ਨਾਲ ਇਹ ਵੀ ਦੇਖੋ ਵੀ ਜਿਹੜਾ ਕੁਕਿੰਗ ਦੇ ਵਿੱਚ ਜਿਹੜੀ
ਜਿਹੜਾ ਸਭ ਤੋਂ ਜਿਹੜਾ ਬੈਸਟ ਟੈਸਟ ਹੁੰਦਾ ਹੈ ਕਿਸੇ ਵੀ ਫੂਡ ਆਊਟਲੈਟ ਦਾ ਹੈਗਾ ਉਹਨਾਂ ਦਾ ਕਿਚਨ ਦੇ ਵਿੱਚ ਉਹ ਕਿਸ ਤਰੀਕੇ ਨਾਲ ਸਮਾਨ ਯੂਜ਼ ਕਰਦੇ ਪਏ ਨੇ, ਆਇਲ ਬਾਰ-ਬਾਰ ਤਾਂ ਨਹੀਂ ਯੂਜ਼ ਹੋ ਰਿਹਾ, ਸਫਾਈ ਕਿਸ ਤਰ੍ਹਾਂ ਹੈਗੀ, ਆਇਲ ਜਿਹੜਾ ਨਾ ਇੱਕ ਵਾਰੀ ਕੁੱਕ ਕਰਕੇ 2 ਜਾਂ 3 ਵਾਰੀ ਕਿੰਨੀ ਦੇਰ ਤੱਕ ਯੂਜ਼ ਕਰ ਸਕਦੇ। ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਨਾ, ਇਹ ਕਰਨ ਦਾ ਇਹ ਮਤਲਬ ਹੈ ਵੀ ਬਹੁਤ ਟਾਈਮਲੀ ਇਸ ਟਾਈਮ ਦੇ ਵਿੱਚ, ਕਿਉਂਕਿ ਜੋ ਵੀ ਸਿਹਤ ਹੈਗੀ ਹੈ ਤੁਸੀਂ ਡਾਕਟਰ ਨੂੰ ਤਾਂ ਵੇਖ ਲਿਆ, ਡਾਇਗਨੋਸਿਸ ਵੀ ਬਣ ਗਿਆ, ਹਾਈ ਬਲੱਡ ਪ੍ਰੈਸ਼ਰ ਦਾ ਮੈਡੀਸਨ ਵੀ ਲੈ ਰਹੇ ਹੋ, ਪਰ ਠੀਕ ਨਹੀਂ ਹੋ ਰਹੇ। ਠੀਕ ਤਾਂ ਨਹੀਂ ਹੋ ਰਹੇ, ਸਾਡਾ ਲਾਈਫ ਸਟਾਈਲ ਨਹੀਂ ਬਦਲਦਾ ਪਿਆ। ਲਾਈਫ ਸਟਾਈਲ ਜਿਹੜਾ ਉਹ ਤੁਹਾਡੇ ਹੱਥ ਦੇ ਵਿੱਚ ਹੈਗਾ ਟੂ ਲਾਰਜ ਐਕਸਟੈਂਟ, ਪਰ ਜਿਹੜਾ ਅਸੀਂ ਕੋਈ ਆਈਸੋਲੇਸ਼ਨ ਵਿੱਚ ਤਾਂ ਰਹਿ ਨਹੀਂ ਰਹੇ। ਤੁਸੀਂ ਘਰ ਵੀ ਰਹਿਣਾ, ਬਾਹਰ ਵੀ ਜਾਣਾ, ਕੰਮ ਵੀ ਕਰਨਾ, ਪਾਰਟੀਆਂ 'ਤੇ ਵੀ ਜਾਣਾ, ਅਟੈਂਡੈਂਸ ਵੀ ਆਪਣੀ ਦੇਣੀ, ਸੋ ਮੋਨੀਟਰ ਕਰਨਾ ਪੈਣਾ। ਪਲੱਸ ਜਿਹੜਾ ਅਲਕੋਹਲ ਹੈ, ਜਿਹੜੀ ਡਰਿੰਕ ਹੈ, ਉਹਦੀ ਸੋਸ਼ਲ ਡਰਿੰਕ 1-2 ਤੁਸੀਂ ਲੈਣੀ ਹੈ, ਪਰ ਬਾਰ-ਬਾਰ ਤੁਸੀਂ ਜਾ ਕੇ ਤੇ ਤੁਹਾਨੂੰ ਉਹ ਵੀ ਕਹਿ ਰਹੇ ਨੇ ਵੀ ਹੋਰ ਲਓ। ਤੁਸੀਂ ਜਿਹੜੇ ਨਹੀਂ ਲੈਣਾ ਚਾਹੁੰਦੇ, ਮੇਰੇ ਵਰਗੇ 1-2 ਡਰਿੰਕ ਤੋਂ ਜ਼ਿਆਦਾ, ਉਹਨਾਂ ਨੂੰ ਬਾਰ-ਬਾਰ ਤੁਸੀਂ ਫੜਾਈ ਕਿਉਂ ਜਾਂਦੇ ਹੋ? ਆਪਣੇ ਪੈਸੇ ਖਰਾਬ ਕਰਦੇ ਪਏ ਹੋ, ਉਹਨਾਂ ਨੂੰ ਫੋਰਸ ਕਿਉਂ ਕਰਦੇ ਹੋ? ਕਿਸੇ ਨੂੰ ਉਹਨਾਂ ਨੇ ਆਪਣੀ ਮਰਜ਼ੀ ਨਾਲ ਪੀਣਾ। ਸੋ ਇੱਕ ਤਾਂ ਪੈਸੇ ਦੀ ਵੇਸਟੇਜ, ਦੂਸਰਾ ਤੁਹਾਡਾ ਜਿਹੜਾ ਲਿਕਰ ਉਹਦੇ ਵਿੱਚ ਐਡੀਸ਼ਨ ਕਿੰਨੀ ਪਾਉਂਦੇ ਹੋ, ਕੈਲਰੀਜ਼ ਵੱਧਦੀਆਂ, ਸ਼ੂਗਰ ਹੈਗਾ ਉਹਦੇ ਵਿੱਚੋਂ, ਕਿਤੇ ਕੋਈ ਬਾਹਰ ਲੱਗੀ ਹੈ, ਕਿਤੇ ਕੋਈ ਲੱਗੀ ਹੈ। ਉਹ ਜਿਹੜਾ ਪੈਸਾ ਅਨਨੈਸੈਸਰਲੀ, ਜਿਹੜਾ ਪੈਸਾ ਹਾਰਡ ਅਰਨ ਮਨੀ ਹੈ ਮਾਂ-ਬਾਪ ਦੀ, ਪਤਾ ਨਹੀਂ ਕਿਸ ਤਰੀਕੇ ਨਾਲ ਮੁਸ਼ਕਲ ਨਾਲ ਪੈਸਾ ਕਮਾਇਆ, ਅਤੇ ਉਹ ਸੈਕੰਡ ਮਾਰਗੇਜ ਲੈ ਕੇ ਲੋਕੀ ਘਰਾਂ 'ਤੇ ਵਿਆਹ ਕਰਦੇ ਪਏ ਨੇ ਤਾਂ ਕਿ ਬੱਚਿਆਂ ਨੂੰ ਖੁਸ਼ ਕਰਨ। ਪਰ ਇਹ ਨਹੀਂ ਵੇਖਦੇ ਵੀ ਖੁਸ਼ੀ ਦੀ ਗੱਲ ਨਹੀਂ, ਇੱਕ ਸਿਹਤ ਖਰਾਬ ਹੋ ਰਹੀ ਹੈ, ਇੱਕ ਤੁਹਾਡੀ ਮਾਨਸਿਕ ਰੋਗ 'ਤੇ ਅਸਰ ਪੈਣਾ। ਸੋ ਗੱਲ ਮੈਂ ਤਾਂ ਕੀਤੀ ਹੈ ਵੀ ਜਿਹੜਾ ਬਲੱਡ ਪ੍ਰੈਸ਼ਰ ਇਕੱਲਾ ਫੂਡ ਦੀ ਨਹੀਂ ਗੱਲ ਹੈਗੀ, ਇਹਦੇ ਨਾਲ ਤੁਹਾਡੀ ਜਿਹੜੀ ਹੈ ਨਾ ਸਟ੍ਰੈਸ ਕਰਕੇ ਵੀ ਹੁੰਦਾ। ਕਈ ਵੇਖਿਆ ਗਿਆ ਵੀ ਲੋਕਾਂ ਨੂੰ ਇੱਕਦਮ ਪਰੇਸ਼ਾਨੀ ਵਿੱਚ ਆ ਕੇ ਬਲੱਡ ਪ੍ਰੈਸ਼ਰ ਵੱਧ ਜਾਂਦਾ, ਫਿਰ ਡਰਿੰਕ ਕਰਨੀ ਸ਼ੁਰੂ ਕਰ ਦਿੰਦੇ, ਫਿਰ ਭਾਰ ਵਧਣਾ ਸ਼ੁਰੂ ਹੋ ਜਾਂਦਾ, ਫਿਰ ਉਹਨਾਂ ਨੂੰ ਡਿਪਰੈਸ਼ਨ ਹੋਣਾ ਸ਼ੁਰੂ ਹੋ ਜਾਂਦਾ। ਇਹ ਸਾਰੀਆਂ ਗੱਲਾਂ ਅਲਟੀਮੇਟਲੀ ਤੁਹਾਡੇ ਦਿਮਾਗ ਨਾਲ ਇੰਟਰਕਨੈਕਟ ਕਰਦੀਆਂ। ਐਬਸੋਲੂਟਲੀ। ਤੇ ਇਕੱਲਾ ਇਹ ਜਿਹੜਾ ਸਾਡਾ ਪ੍ਰੋਗਰਾਮ ਦਾ ਮਤਲਬ ਤੇ ਹੈ ਨਹੀਂ ਵੀ ਅਸੀਂ ਜਾ ਕੇ ਸਾਰਿਆਂ ਨੂੰ ਮੈਡੀਸਨ, ਮੈਂ ਕੋਈ ਉਹਨਾਂ ਨੂੰ ਆਪਾਂ ਇਨਫੋਰਮੇਸ਼ਨ ਇਕੱਲਾ ਟੈਕਨੀਕਲ ਦੇ ਨਾਲ ਜਾਂ ਜਿਹੜੀਆਂ ਸਾਇੰਸ ਆਧਾਰਿਤ ਇਨਫੋਰਮੇਸ਼ਨ ਨੇ ਉਹ ਤਾਂ ਇੰਪੋਰਟੈਂਟ ਨੇ, ਪਰ ਜਿਹੜਾ ਆਲਾ ਦੁਆਲੀ ਜਿਹੜੀ ਗੱਲ ਹੈ ਨਾ, ਉਹ ਬਹੁਤ ਮੈਂ ਸਮਝਣਾ ਇਕੁਅਲੀ ਇੰਪੋਰਟੈਂਟ ਹੈ ਵੀ ਤੁਸੀਂ ਇਹਨੂੰ ਆਪਣਾ ਹਾਈ ਬਲੱਡ ਪ੍ਰੈਸ਼ਰ ਨੂੰ ਮੈਨੇਜ ਕਿਸ ਤਰ੍ਹਾਂ ਕਰਨਾ। ਦੁਨੀਆ ਦਾ ਦਿਨ ਤੇ WHO ਨੇ ਉਹਦਾ ਨਾਂ ਰੱਖਿਆ ਦਿਨ ਦਾ, ਪਰ ਸਾਡਾ ਚਾਹੀਦਾ ਬਲੱਡ ਪ੍ਰੈਸ਼ਰ ਦਾ ਦਿਨ ਹਰ ਰੋਜ਼, ਕਿਉਂਕਿ ਤੁਹਾਨੂੰ ਹਰ ਰੋਜ਼ ਬਲੱਡ ਪ੍ਰੈਸ਼ਰ ਵਾਚ ਕਰਨਾ ਪੈਣਾ, ਡਾਈਟ ਵਾਚ ਕਰਨੀ ਪੈਣੀ ਹੈ, ਫਰੂਟਸ ਲਓ। ਹੁਣ ਆਪਣੇ ਜਿਹੜੇ ਲੋਅਰ ਮੇਨਲੈਂਡ ਦੇ ਵਿੱਚ ਦੇਖੋ, ਮੇਰੇ ਖਿਆਲ 'ਚ 2/3 ਜਿਹੜੇ ਇਹਨਾਂ ਫਾਰਮਸ ਨੇ ਆਪਣੀ ਲੋਕੀ ਓਨ ਕਰਦੇ ਨੇ, ਉਹਦੇ ਵਿੱਚੋਂ ਤੁਹਾਡੀਆਂ ਫਰੂਟਸ ਨੇ, ਵੈਜੀਟੇਬਲਸ ਨੇ, ਉਹ ਕਿਉਂ ਨਹੀਂ ਖਾਂਦੇ? ਘਰਾਂ ਦੇ ਵਿੱਚ ਮੇਰੇ ਨਹੀਂ ਜਾਪਦਾ ਵੀ ਕੋਈ ਵੀ ਕੋਸ਼ਿਸ਼ ਕਰਦਾ ਵੀ ਘਰ ਦੇ ਵਿੱਚ ਉਗਾਈ ਜਾਏ ਮੈਡੀਸਨ, ਜਿਹੜੀਆਂ ਨੇ ਹਰੀਆਂ ਸਬਜ਼ੀਆਂ ਜਿਹੜੀਆਂ ਸਨ ਵਿੱਚ ਗਰੋ ਕਰਦੀਆਂ। ਧਿਆਨ ਹੀ ਨਹੀਂ ਕਿਸੇ ਦਾ ਹੈਗਾ। ਇੱਕ ਤਾਂ ਗੱਲ ਹੈਗੀ ਕਿਉਂਕਿ ਇੱਕ ਤਾਂ ਜਿਹੜਾ ਨਾ ਟੌਰ ਦੀ ਖਾਤਰ ਜਾਂ ਇਹ ਕਈ ਗੱਲਾਂ ਨੇ ਜਿਹੜੀਆਂ ਕਿ ਅਸੀਂ, ਮੈਨੂੰ ਜਾਪਦਾ ਵੀ ਬੈਕਵਰਡ ਜਾ ਰਹੇ ਹਾਂ। ਅਤੇ ਇਹਦਾ ਨੁਕਸਾਨ ਹੁੰਦਾ ਕਿ ਜਦੋਂ ਤੁਸੀਂ ਵੇਖਦੇ ਹੋ ਵੀ ਆਹ ਬੰਦਾ 35-40 ਸਾਲ ਦਾ ਸੀ, ਇਹ ਕਹਿੰਦੇ ਜੀ ਇਹਦਾ ਹਾਰਟ ਅਟੈਕ ਹੋ ਗਿਆ। ਹਾਰਟ ਅਟੈਕ ਕਿਸ ਤਰ੍ਹਾਂ ਹੋਇਆ? ਬਲੱਡ ਪ੍ਰੈਸ਼ਰ ਤੁਸੀਂ ਚੈੱਕ ਨਹੀਂ ਕੀਤਾ, ਮੈਨੇਜ ਨਹੀਂ ਕੀਤਾ, ਡਾਈਟ ਮੈਨੇਜ ਨਹੀਂ ਕੀਤੀ, ਅਲਕੋਹਲ ਉਹ ਬੰਦਾ ਪੀ ਰਿਹਾ, ਹਾਰਟ ਅਟੈਕ ਤਾਂ ਹੋਣਾ ਹੀ ਹੋਣਾ। ਫਿਰ ਕਹਿਣਾ ਵੀ ਇਹ ਸਾਡੇ ਲੋਕਾਂ ਦੀ ਇੱਕ ਬੜੀ ਭੈੜੀ ਆਦਤ ਹੈ, ਕਹਿਣਾ ਪਤਾ ਨਹੀਂ ਡਰੱਗ ਕਰਦਾ ਸੀ। ਹਰ ਇੱਕ ਬੰਦਾ ਜਿਹਦੀ ਡੈਥ ਹੁੰਦੀ ਹੈ ਹਾਈ ਬਲੱਡ ਪ੍ਰੈਸ਼ਰ ਕਰਕੇ, ਉਹਨੂੰ ਜੱਜ ਕਰਨ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰੀਏ ਵੀ ਇਹ ਪ੍ਰੋਬਲਮ ਹੈ, ਤੁਹਾਡੀ ਸਿਹਤ ਦੀ ਪ੍ਰੋਬਲਮ ਹੈ। ਇਹ ਇਕੱਲੀ ਤੁਸੀਂ ਬਲੇਮ ਗੇਮ 'ਚ ਨਹੀਂ ਜਾ ਸਕਦੇ। ਸੋ ਫਿਰ ਮੈਂ ਰੀਕੈਪ ਕਰਾਂਗਾ ਵੀ ਆ ਜਿਹੜਾ ਬਲੱਡ ਪ੍ਰੈਸ਼ਰ ਹੈ, ਇਹ ਦੁਨੀਆ ਦੇ 1.3 ਬਿਲੀਅਨ ਲੋਕਾਂ ਕੋਲ ਹੈਗਾ। ਇਹ ਸਾਇਲੈਂਟ ਕਿਲਰ ਹੈ। ਇਹ ਬਾਡੀ ਦੇ ਦਿਮਾਗ ਤੋਂ ਲੈ ਕੇ ਪੈਰਾਂ ਤੱਕ ਅਸਰ ਕਰਦਾ। ਮੇਜਰ ਔਰਗਨਸ ਜਿਹੜੇ ਨੇ ਤੁਹਾਡੇ ਦਿਮਾਗ ਦੇ ਵਿੱਚ, ਨਾੜੀਆਂ ਸਖਤ ਕਰਕੇ, ਕੋਲੈਸਟਰੋਲ ਦੇ ਨਾਲ ਇਹ ਬਾਕੀ ਵੀ ਡੈਮੇਜ ਕਰਕੇ ਸਟ੍ਰੋਕ ਹੋ ਸਕਦਾ, ਵਿੱਚ ਤੁਹਾਡੇ ਬਲੱਡ ਵੈਸਲ ਫਟ ਸਕਦਾ। ਜੇ ਤੁਹਾਡਾ ਬਲੱਡ ਪ੍ਰੈਸ਼ਰ ਨਹੀਂ ਪੂਰਾ ਮੈਨੇਜੇਬਲ ਹਾਰਟ 'ਤੇ ਤਾਂ ਨੈਚੁਰਲੀ ਤੁਹਾਡਾ ਹਾਰਟ ਅਟੈਕ ਹੋ ਸਕਦਾ। ਹਾਰਟ ਦੀਆਂ ਉੱਪਰ ਨਾੜੀਆਂ ਵੀ ਬਲੌਕ ਹੋ ਸਕਦੀਆਂ ਜਿਹੜੀਆਂ ਸਾਡੇ ਬ੍ਰੇਨ ਨੂੰ ਜਾਂਦੀਆਂ। ਤੁਹਾਡੀ ਕਿਡਨੀਜ਼ ਦੇ ਵਿੱਚ ਡੈਮੇਜ ਹੁੰਦਾ, ਤੁਹਾਡੀਆਂ ਲੋਅਰ ਲੈਗਸ ਦੇ ਵਿੱਚ ਡੈਮੇਜ ਹੁੰਦਾ। ਸੋ ਨੈਚੁਰਲੀ ਇਹਦਾ ਸਾਰਾ ਜਿੱਥੇ ਬਲੱਡ ਦੀ ਸਰਕੂਲੇਸ਼ਨ ਦਾ ਅਸਰ ਹੋਣਾ, ਡੈਮੇਜ ਤਾਂ ਹੋਣਾ ਹੀ ਹੋਣਾ। ਅਤੇ ਬਹੁਤ ਸਾਰੇ ਲੋਕ ਨੇ ਉਹ ਕਹਿਣਗੇ ਵੀ ਮੈਨੂੰ ਸਟ੍ਰੈਸ ਹੁੰਦਾ, ਮੈਨੂੰ ਸਟ੍ਰੈਸ ਹੋ ਗਿਆ, ਮੈਂ ਜਦੋਂ ਪੌੜੀਆਂ ਚੜ੍ਹਨਾ ਮੈਨੂੰ ਥਕਾਵਟ ਆਉਂਦੀ ਹੈ। ਉਹਨਾਂ ਨੂੰ ਚਾਹੀਦਾ ਵੀ ਜੇ ਉਹਨਾਂ ਦੀ ਸ਼ੂਗਰ ਠੀਕ ਹੈ, ਬਾਕੀ ਸਭ ਕੁਝ ਠੀਕ ਹੈ, ਅਤੇ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਾਉਣ ਅਤੇ ਆਪਣੇ ਦਿਮਾਗ ਦੇ ਵਿੱਚ ਬਿਠਾ ਲੈਣ ਵੀ ਇਹ ਮੇਰੀ ਹੈਗੀ ਹੈ ਰਿਸਪੋਂਸੀਬਿਲਿਟੀ, ਇਹਨੂੰ ਮੈਂ ਆਪਣੀ ਰਿਸਪੋਂਸੀਬਿਲਿਟੀ ਆਪ ਲੈਣੀ ਹੈ। ਖਾਸ ਕਰਕੇ ਜਿਹੜੇ ਹੁਣ ਟਰਾਂਸਪੋਰਟ ਇੰਡਸਟਰੀ ਵਾਲੇ ਨੇ,
ਹੁਣ ਜੇ ਸਵੇਰੇ ਵਿਚਾਰ ਉਹਨਾਂ ਨੂੰ ਜਾਣਾ ਪੈਂਦਾ, ਇੱਕ ਤੇ 12 ਘੰਟੇ ਦੀ ਸ਼ਿਫਟ ਹੈ ਤੇ 12 ਘੰਟੇ ਵਿਚਾਰੇ ਬੈਠੇ ਰਹਿੰਦੇ ਨੇ ਗੱਡੀ ਦੇ ਵਿੱਚ, ਪਹਿਲਾਂ ਤੇ ਵੇਟ ਕਰਨਾ ਕਸਟਮਰ ਦਾ, ਫਿਰ ਉਹਦਾ ਕਈ ਚੱਕਰ ਦੇ ਵਿੱਚ ਆ ਗਏ ਨੇ, ਕਈ ਤਰ੍ਹਾਂ ਦਾ ਸਟ੍ਰੈਸ ਪੈਂਦਾ। ਡਰਾਈਵਿੰਗ ਕਿਹੜੀ ਸੌਖੀ ਹੈ, ਲੋਕ ਬੱਚਿਆਂ ਲਈ ਤੇ ਲੋਕਾਂ ਲਈ ਤਾਂ ਬੜਾ ਸੌਖਾ ਵੀ ਕੋਈ ਗੱਲ ਨਹੀਂ ਜੀ ਕਾਰ 'ਚ ਹੀ ਬੈਠੇ ਹੋ, ਪਰ ਮਾਂ-ਬਾਪ ਨੂੰ ਪੁੱਛੋ ਵੀ ਜਿਹੜੇ 12 ਘੰਟੇ ਚਲਾ ਕੇ ਉਹਨਾਂ ਆਪਣੇ ਇੱਕ ਤੇ ਲੱਕ ਖਰਾਬ ਕਰ ਲਏ ਨੇ, ਇੱਕ ਉਹਨਾਂ ਸਟ੍ਰੈਸ ਪਾ ਲਿਆ, ਇੱਕ ਬਲੱਡ ਪ੍ਰੈਸ਼ਰ ਵੱਧ ਗਿਆ, ਇੱਕ ਸ਼ੂਗਰ ਵੱਧ ਗਈ। ਸੋ ਜਿਹੜਾ ਕੰਬੀਨੇਸ਼ਨ ਹੈ ਨਾ, ਇਹ ਇਕੱਲਾ ਜਿਹੜਾ ਕੋਲੈਕਟਿਵਲੀ ਉਹਨਾਂ ਨੂੰ ਚਾਹੀਦਾ ਕਿ ਜਦੋਂ ਤੁਹਾਡੀ ਗੱਡੀ ਖੜੀ ਹੈ ਵਾਕ ਕਰ ਲਓ, ਥੋੜ੍ਹਾ ਜਿਹਾ ਆਪਣੀਆਂ ਲੈਗ ਸਟ੍ਰੈਚ ਕਰ ਲਓ, ਮਸਲਸ ਨੂੰ ਐਕਟਿਵ ਰੱਖੋ, ਥੋੜ੍ਹੇ ਜਿਹੇ ਐਕਟੀਵਿਟੀ ਵਧਾਓਗੇ ਤੇ ਤੁਹਾਨੂੰ ਫਰਕ ਪੈਣਾ। ਸੋ ਜਦੋਂ ਆਪਾਂ ਬਲੱਡ ਪ੍ਰੈਸ਼ਰ ਦੀ ਗੱਲ ਕਰਨੇ ਆ, ਇੱਕ ਨਹੀਂ ਹੈਗੀ ਟੌਪਿਕ, ਕੋਈ ਵੀ ਜਿਹੜੀ ਸਾਡੀ ਹੈਲਥ ਦੀ ਕੰਡੀਸ਼ਨ ਹੈ, ਜਿਹੜੀਆਂ ਕਰੋਨਿਕ ਕੰਡੀਸ਼ਨਸ ਨੇ, ਉਹ ਆਈਸੋਲੇਸ਼ਨ 'ਚ ਨਹੀਂ ਹੈਗੀਆਂ। ਆਪਾਂ ਇਹ ਨਹੀਂ ਕਹਿ ਸਕਦੇ ਵੀ ਇਕੱਲਾ ਇਹਨੂੰ ਬਲੱਡ ਪ੍ਰੈਸ਼ਰ ਹੋ ਸਕਦਾ, ਸ਼ੂਗਰ ਹੋਏ, ਡਾਇਬਟੀਜ਼ ਦੇ ਨਾਲ ਕਿਡਨੀ ਦਾ ਇਸ਼ੂ ਹੋ ਸਕਦਾ, ਸਟ੍ਰੈਸ ਰਿਲੇਟਡ ਇਸ਼ੂ ਹੋ ਸਕਦੇ ਨੇ, ਡਿਪਰੈਸ਼ਨ ਨਾਲ ਹੋ ਸਕਦਾ, ਫੈਮਿਲੀ ਸਿਚੁਏਸ਼ਨ ਜਿਹੜੀ ਹੈ ਨਾ ਕਈ ਵਾਰੀ ਬਹੁਤ ਖਰਾਬ ਕਰਦੀ ਹੈ। ਉਸ ਤੋਂ ਇਲਾਵਾ ਜਿਹੜਾ ਨੀਂਦ ਦਾ ਜਿਹੜਾ ਡਿਸਟਰਬੈਂਸ ਹੋਣੀ ਬਹੁਤ ਹੀ ਬੜਾ ਵੱਡਾ ਇੱਕ ਫੈਕਟਰ ਹੈ। ਲੋਕ ਗ੍ਰੇਵਯਾਰਡ 'ਚ ਆਪਣੀਆਂ ਸ਼ਿਫਟ ਕਰਦੇ ਨੇ, ਜਿਹੜੀਆਂ ਕੀ ਕਹਿੰਦੇ ਉਹਨੂੰ ਗ੍ਰੇਵਯਾਰਡ ਸ਼ਿਫਟ, ਉਹਦੇ ਜਿਹੜਾ ਰਾਤ ਨੂੰ ਜਾਂਦੇ ਨੇ ਉਹਨਾਂ ਦੀ ਸ਼ਿਫਟਾਂ ਬਦਲਦੀਆਂ ਨੇ, ਉਹਦਾ ਬੜਾ ਅਸਰ ਪੈਂਦਾ। ਐਕਸੈਸ ਇੱਕ ਮੈਨੂੰ ਲੱਗਦਾ ਹੁੰਦਾ ਡਾਕਟਰ ਸਾਹਿਬ ਕਿ ਇਹ ਚੀਜ਼ਾਂ ਜਿਹੜੀਆਂ ਨੇ ਉਹ ਸੱਚਮੁੱਚ ਸਾਡੇ ਤੇ ਜਿਹੜਾ ਨੇ ਉਹ ਇੰਪੈਕਟ ਪਾਉਂਦੀਆਂ ਨੇ। ਹੁਣ ਅਸੀਂ ਰਾਤ ਨੂੰ ਸੌਂਦੇ ਹਾਂ, ਅਸੀਂ ਇਹ ਉਮੀਦ ਕਰਦੇ ਹਾਂ ਕਿ ਹਾਂ ਸਾਨੂੰ ਬਹੁਤ ਵਧੀਆ ਨੀਂਦ ਆਊਗੀ, ਤੇ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਨਹੀਂ ਨੀਂਦ ਨਹੀਂ ਆਉਂਦੀ। ਕਿਉਂ ਨਹੀਂ ਆਉਂਦੀ? ਸਮਟਾਈਮਸ ਅਸੀਂ ਸੋਸ਼ਲ ਮੀਡੀਆ ਦੇ ਇੰਨੇ ਐਡਿਕਟਿਵ ਹੈਗੇ ਆ, ਅਸੀਂ ਫੋਨ ਦੇਖਣ ਦੇ ਇੰਨੇ ਐਡਿਕਟਿਵ ਹੈਗੇ ਆ, ਤੇ ਸਾਨੂੰ ਫਿਰ ਉਸ ਤੋਂ ਬਾਅਦ ਇਹ ਹੈ ਕਿ ਨੀਂਦ ਨਹੀਂ ਆਉਂਦੀ। ਨੀਂਦ ਤੋਂ ਬਾਅਦ ਅਸੀਂ ਅਗਲੇ ਦਿਨ ਕੰਮ ਤੇ ਵੀ ਜਾਣਾ ਹੁੰਦਾ, ਕੰਮ ਤੋਂ ਬਾਅਦ ਉਹ ਜਿਹੜੇ ਲਾਈਫ ਸਟਾਈਲ ਤੁਹਾਡਾ ਡਿਸਟਰਬ ਹੋ ਜਾਂਦਾ, ਉਹਦੇ ਨਾਲ ਤੁਹਾਡੀਆਂ ਸਾਰੀਆਂ ਬਿਮਾਰੀਆਂ ਜਿਹੜੀਆਂ ਵਧਣ ਲੱਗ ਜਾਂਦੀਆਂ ਨੇ। ਹੁਣ ਮੈਂ ਸ਼ੁਰੂਆਤ ਦੇ ਵਿੱਚ ਜਿਵੇਂ ਦੱਸਿਆ ਸੀਗਾ ਕਿ ਮੈਜਰ ਯੂਰ BP, ਕੰਟਰੋਲ ਇਟ ਐਂਡ ਲਿਵ ਲੌਂਗਰ, ਇਹ ਥੀਮ ਜਿਹੜਾ ਆ ਉਹ ਦੱਸਿਆ ਗਿਆ ਕਿ ਇਹਨੂੰ ਤੁਸੀਂ ਕੰਟਰੋਲ ਕਰ ਸਕਦੇ ਆ। ਹੁਣ ਕੰਟਰੋਲ ਕਰਨ ਦੇ ਲਈ ਹੁਣ ਇਹ ਤਾਂ ਹੈ ਨਹੀਂ ਕਿ ਖਾਓ ਸਾਰਾ ਕੁਝ, ਕਿਸੇ ਚੀਜ਼ ਦਾ ਪਰਹੇਜ਼ ਆਪਾਂ ਕਰਨਾ ਨਹੀਂ, ਗੋਲੀ ਲੈ ਲੈਣੀ ਆ ਵੀ ਚਲੋ ਜੀ ਗੋਲੀ ਅੰਦਰ ਤੇ ਫਿਰ ਬਿਮਾਰੀ ਜਲੰਧਰ, ਇਹ ਗੱਲ ਕਹੀ ਜਾਂਦੀ ਆ ਅਕਸਰ ਸਾਡੇ ਵੱਲੋਂ। ਪਰ ਹੁਣ ਉਹਨੂੰ ਕੰਟਰੋਲ ਕਰਨ ਦੇ ਲਈ ਸਾਨੂੰ ਜਿਹੜਾ ਆਪਣਾ ਲਾਈਫ ਸਟਾਈਲ ਹੈ ਜਿਹੜਾ ਬੈਲੈਂਸ ਕਰਨਾ ਚਾਹੀਦਾ, ਬੈਲੈਂਸ ਕਰਨਾ ਪੈਣਾ। ਪਰ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਹਾਂ 1 ਮਹੀਨਾ ਦਵਾਈ ਲੈ ਲਈ, 2 ਮਹੀਨੇ ਦਵਾਈ ਲੈ ਲਈ, ਬਸ ਉਸ ਤੋਂ ਬਾਅਦ ਹੁਣ ਮੈਂ ਦਵਾਈ ਨਹੀਂ ਲੈਣੀ, ਹੁਣ ਮੇਰਾ BP ਕੰਟਰੋਲ ਦੇ ਵਿੱਚ ਆ। ਉਹਨਾਂ ਨੂੰ ਕੀ ਕਰਨਾ ਚਾਹੀਦਾ? ਦੇਖੋ, ਇਹ ਤੇ ਬੜੀ ਸਿੰਪਲ ਜੀ ਗੱਲ ਹੈ ਕਿ ਜਿਹੜੇ ਲੋਕ ਇਸ ਚੀਜ਼ ਵੱਲ ਨਹੀਂ ਧਿਆਨ ਦੇ ਰਹੇ, ਉਹਨਾਂ ਨੂੰ ਜਿਹੜਾ ਹੁੰਦਾ ਨਾ ਵੀ ਅਨਹੋਣੀ ਹੋ ਗਈ, ਅਨਹੋਣੀ ਨਹੀਂ ਹੁੰਦੀ। ਇਹ ਐਕਚੁਅਲੀ ਕਈ ਗੱਲਾਂ ਸਾਨੂੰ ਪਤਾ ਹੀ ਨਹੀਂ ਹੈਗਾ, ਜਿਹੜੀ ਚੀਜ਼ ਸਾਨੂੰ ਸਮਝ ਨਹੀਂ ਆਉਣਾ ਕਹਿਣਾ ਪਤਾ ਨਹੀਂ ਇਹ ਇਸ ਤਰ੍ਹਾਂ ਹੀ ਸਾਡਾ ਲਿਖਿਆ ਹੀ ਇਸ ਤਰ੍ਹਾਂ ਸੀ, ਲਿਖਿਆ ਕੋਈ ਨਹੀਂ ਹੈਗਾ। ਇਹ ਤੁਹਾਨੂੰ ਪਤਾ ਵੀ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਤੁਸੀਂ ਮੈਨੇਜ ਨਹੀਂ ਕੀਤਾ, ਮੈਡੀਸਨ ਨਹੀਂ ਲਈ, ਤੇ ਕਈ ਉਹਦੇ ਵਿੱਚੋਂ ਜਿਹੜੀ ਇੱਕ ਮੁਸ਼ਕਿਲ ਹੋਰ ਆਉਂਦੀ ਹੈ, ਜਿਹੜਾ ਨਾ ਕਈ ਵਾਰੀ ਮੈਨੂੰ ਜਾਪਦਾ ਹੁੰਦਾ ਵੀ ਗੱਲ ਹੋ ਸਕਦਾ ਵੀ ਕਈਆਂ ਨੂੰ ਪਸੰਦ ਨਾ ਆਏ। ਬੜਾ ਵੱਡਾ ਇੱਕ ਇਸ਼ੂ ਹੈ ਵੀ ਜਿਹੜੇ ਲੋਕ ਨਵੇਂ ਆਉਂਦੇ ਨੇ ਉਹਨਾਂ ਕੋਲ ਪੈਸੇ ਨਹੀਂ ਹੈਗੇ, ਜਿਹੜੇ ਲੋਕ ਪੁਰਾਣੇ ਕਈ ਬਜ਼ੁਰਗ ਨੇ ਉਹਨਾਂ ਦੀ ਪੈਨਸ਼ਨ ਦਾ ਅਮਾਊਂਟ ਬੜਾ ਘੱਟ ਹੈ, ਉਹ ਦਵਾਈ ਨਹੀਂ ਖਰੀਦ ਸਕਦੇ, ਕਈ ਵਾਰੀ ਜਿਹੜੀ ਮਹਿੰਗੀ ਦਵਾਈ ਉਹ ਲੈ ਨਹੀਂ ਸਕਦੇ, ਤੇ ਉਹ ਇਸ ਕਰਕੇ ਕਈ ਵਾਰੀ ਪ੍ਰਿਸਕ੍ਰਿਪਸ਼ਨ ਲੈ ਕੇ ਵੀ ਉਹ ਖਰੀਦਦੇ ਨਹੀਂ। ਉਹਨਾਂ ਨੂੰ ਚਾਹੀਦਾ ਵੀ ਡਿਸਕਸ ਕਰ ਲੈਣ ਆਪਣੇ ਡਾਕਟਰ ਨਾਲ। ਸਾਰੇ ਜਿਹੜੇ ਡਾਕਟਰ ਨੇ ਉਹਨਾਂ ਕੋਲ ਸੈਂਪਲ ਵੀ ਆਉਂਦੇ ਨੇ, ਕਈ ਤਰ੍ਹਾਂ ਦੀਆਂ ਫਾਰਮਾਸਿਊਟੀਕਲ ਕੰਪਨੀਜ਼ ਨੇ ਤੁਹਾਡੀ ਹੈਲਪ ਕਰਨ ਲਈ ਤਿਆਰ ਹੁੰਦੀਆਂ। ਸੋ ਸ਼ਰਮਾਂਦੀ ਕੋਈ ਗੱਲ ਨਹੀਂ ਵੀ ਤੁਸੀਂ ਬਈ ਜੇ ਕਿਸੇ ਨੂੰ ਕਹਿਣਾ ਵੀ ਮੈਨੂੰ ਦਵਾਈ ਮੈਂ ਨਹੀਂ ਲੈ ਸਕਦਾ, ਪੈਸੇ ਮੇਰੇ ਕੋਲ ਨਹੀਂ ਹੈਗੇ, ਆਸਕ ਫਾਰ ਏ ਹੈਲਪ। ਕਿਉਂਕਿ ਇਹ ਨਾ ਵੀ ਤੁਸੀਂ ਮੈਡੀਸਨ ਨਾਲ ਲਓ ਤੇ ਘਰ ਜਾ ਕੇ ਤੁਹਾਨੂੰ ਬੜੇ ਗੁੱਸੇ ਹੋਈ ਜਾਣ ਵੀ ਇੰਨੀ ਮਹਿੰਗੀ ਦਵਾਈ ਹੈ ਮੈਂ ਕਿਸ ਤਰ੍ਹਾਂ ਲੈ ਕੇ ਦਿਆਂ। ਸੋ ਨੈਚੁਰਲੀ ਜਿਹਦੀ ਹੁਣ ਇਨਕਮ ਨਹੀਂ ਹੈਗੀ ਉਹ ਤੁਹਾਡੀ ਦਵਾਈ ਕਿੱਦਾਂ ਸਬਸਿਡਾਈਜ਼, ਫੈਮਲੀਜ਼ ਨੂੰ ਵੀ ਪ੍ਰੋਬਲਮ ਹੈ। ਸੋ ਓਵਰਆਲ ਵਿਚਾਰ ਕਰੋ। ਪਰ ਜੇ ਤੁਸੀਂ ਓਵਰਸੀਜ਼ ਜਾ ਰਹੇ ਹੋ, ਜਿਹੜੀ ਇੱਥੋਂ ਮੈਡੀਸਨ ਲੈ ਕੇ ਜਾ ਰਹੇ ਹੋ, ਜੇ ਤੁਹਾਨੂੰ ਸੇਮ ਮੈਡੀਸਨ ਚੰਗੀ ਕੰਪਨੀ ਦੀ ਮਿਲਦੀ ਹੈ ਤਾਂ ਕੋਈ ਹਰਜ ਨਹੀਂ ਲਿਆਉਂਦਾ, ਪਰ ਨਾਲ ਲਿਖਵਾ ਕੇ ਲਿਆਓਗੇ। ਅੱਜ ਕੱਲ੍ਹ ਜਿਹੜੇ ਨਾ ਜਦੋਂ ਤੁਸੀਂ ਬਾਰਡਰ ਕ੍ਰਾਸ ਕਰਨਾ ਉਹ ਤੁਹਾਨੂੰ ਕਈ ਵਾਰੀ ਪੁੱਛਦੇ ਨੇ ਵੀ ਦਵਾਈ ਕਿੱਥੋਂ ਆਈ ਹੈ। ਸੋ ਉਹਨਾਂ ਚੀਜ਼ਾਂ ਨੂੰ ਮੈਨੇਜ ਕਰੋ। ਇਹ ਜਿਹੜੀਆਂ ਨਾ ਇਹ ਇਸ਼ੂ ਜਿਹੜੇ ਨੇ ਇਹਨੂੰ ਆਪਾਂ ਲੋਕ ਗੱਲ ਨਹੀਂ ਕਰਦੇ, ਕਿਉਂਕਿ ਇਹ ਸਮਝਦੇ ਨੇ ਵੀ ਕਿਉਂਕਿ ਕਿਸੇ ਡਾਕਟਰ ਨੇ ਵੀ ਇਹ ਗੱਲ ਨਹੀਂ ਕਹਿਣੀ ਵੀ ਉਹਨਾਂ ਨੂੰ ਹੁੰਦਾ ਵੀ ਮੈਂ ਕਿਸੇ ਨੂੰ ਕੋਈ ਮਾੜੀ ਗੱਲ ਨਾ ਕਰਦਾ, ਕੋਈ ਗੁੱਸਾ ਨਾ ਕਰ ਲਿਓ। ਗੁੱਸਾ ਤਾਂ ਸਾਡੇ ਬਿਲਕੁਲ ਬਾਹਰ ਹੀ ਪਿਆ ਹੁੰਦਾ, ਉਹਨੂੰ ਕਿਸੇ ਨੂੰ ਫੜਾਉਣਾ ਹੀ ਪੈਂਦਾ, ਬਸ ਉਹਦੇ ਵਾਸਤੇ ਮਿਹਨਤ ਨਹੀਂ ਕਰਨੀ ਪੈਂਦੀ। ਸੋ ਮੇਕ ਸ਼ੋਰ ਵੀ ਜੇ ਤੁਸੀਂ ਨਹੀਂ ਅਫੋਰਡ ਕਰ ਸਕਦੇ, ਡਜ਼ਨਟ ਮੈਟਰ ਤੁਸੀਂ ਕੌਣ ਹੋ, ਆਪਣੇ ਡਾਕਟਰ ਨੂੰ ਗੱਲ ਕਰੋ। ਉਹਨਾਂ ਨੂੰ ਫਾਰਮਾਸਿਊਟੀਕਲ ਕੰਪਨੀਆਂ ਸਾਡੇ ਕੋਲ ਹੁੰਦੀਆਂ ਨੇ ਜਿਹੜੀਆਂ ਉਹਨੂੰ ਸਬਸਿਡਾਈਜ਼ ਕਰਨ ਲਈ ਤਿਆਰ ਨੇ। ਉਹ ਕਾਰਡਸ ਹੁੰਦੇ ਨੇ 2 ਜਾਂ 3 ਜਾਂ 4 ਮਹੀਨੇ ਵਾਸਤੇ, ਜਿੰਨੀ ਦੇਰ ਤੱਕ ਤੁਸੀਂ ਪੂਰਾ ਸੈਟਲ ਨਹੀਂ ਹੁੰਦੇ। ਉਹਨਾਂ ਕੋਲੋਂ ਹੈਲਪ ਮੰਗੋ, ਆਪਣੀ ਡਾਈਟ ਨੂੰ ਵਾਚ ਕਰੋ। ਜਿਹੜੀ ਸਿੰਪਲ ਜਿਹੜੀ ਡਾਈਟ ਹੈ ਜਿਹੜੀ ਆਪਾਂ ਉੱਥੇ
ਆਪਣਿਆਂ ਨੂੰ ਕੰਮ ਕਰਨ ਵਾਲਿਆਂ ਨੂੰ ਖਵਾਉਂਦੇ ਸੀ, ਉਹ ਡਾਈਟ ਖਾਣੀ ਸ਼ੁਰੂ ਕਰੋ। ਉਹਦੇ ਨਾਲ ਤੁਹਾਨੂੰ ਘੱਟ ਹੋਏਗਾ। ਤੁਹਾਨੂੰ ਹਰ ਚੀਜ਼ ਜਿਹੜੀ ਹੈ ਨਾ ਉਹਨੂੰ ਮੇਜਰ ਕਰਕੇ ਪੋਰਸ਼ਨ ਲਓ ਅਤੇ ਜਿਹੜੀ ਇਹਨੂੰ ਆਪਣੀ ਸਿਹਤ ਦਾ ਰੱਖੋ ਧਿਆਨ। ਇਹਦਾ ਸਾਊਂਡ 'ਤੇ ਵੀ ਅਸਰ ਪੈਂਦਾ ਤੁਹਾਡਾ, ਕਿਉਂਕਿ ਜਿਹਦਾ ਬਲੱਡ ਪ੍ਰੈਸ਼ਰ ਜ਼ਿਆਦਾ, ਜਿਹਨੂੰ ਹਾਰਟ ਦੀ ਬੀਟ ਵੀ ਠੀਕ ਨਹੀਂ ਇਹਦੇ ਨਾਲ ਰਹਿੰਦੀ, ਤਾਂ ਰਾਤ ਨੂੰ ਤੁਹਾਨੂੰ ਆਉਣੀ ਨਹੀਂ, ਨੀਂਦ ਨਹੀਂ ਆਉਣੀ। ਫਿਰ ਸਵੇਰੇ ਹੋਣਾ ਵੀ ਉਹ ਰਾਤੀ ਗਏ ਸੀ ਸੌਣ ਅਤੇ ਸਵੇਰੇ ਉੱਠੇ ਨਹੀਂ। ਪਰ ਇਹ ਨਹੀਂ ਪਤਾ ਵੀ ਉਹਦੇ ਕਾਰਨ ਕਿੰਨੇ ਨੇ। ਸੋ ਜਿਹੜਾ ਬਲੱਡ ਪ੍ਰੈਸ਼ਰ ਦਾ ਜਿਹੜਾ ਨੇ WHO ਦਾ ਜਿਹੜਾ ਬਣਾਇਆ ਇਹਨਾਂ ਨੇ ਵੀ ਆਪਣਾ ਮੇਜਰ ਕਰੋ, ਕੰਟਰੋਲ ਕਰੋ, ਆਪਣੇ ਆਪ ਨੂੰ ਬਚਾਓ। ਸੋ ਉਹਦੇ ਵਿੱਚ ਚੰਗੀ ਗੱਲ ਹੈ। ਮੈਂ ਸਮਝਦਾ ਵੀ ਇਹ ਜਿਹੜੀਆਂ ਗੱਲਾਂ ਨੇ ਇਹ ਤਾਂ ਤੁਹਾਨੂੰ ਕਿਸੇ ਨੇ ਨਹੀਂ ਕਹਿਣੀਆਂ ਜੀ, ਕਿਉਂਕਿ ਹਰ ਇੱਕ ਨੂੰ ਥੋੜ੍ਹਾ ਜਿਹਾ ਡਰ ਜਿਹਾ ਹੁੰਦਾ। ਮੈਂ ਸਮਝਦਾ ਵੀ ਕੋਈ ਗੱਲ ਜਿਹੜੀ ਅਸਲੀ ਉਹਨੂੰ ਕਹਿਣ ਤੋਂ ਡਰਨਾ ਨਹੀਂ ਚਾਹੀਦਾ, ਕਿਉਂਕਿ ਜਿਹੜੀ ਗੱਲ ਤੁਸੀਂ ਪਰਦੇ ਦੇ ਪਿੱਛੇ ਘਰ ਕਰਦੇ ਪਏ ਹੋ ਆਪਾਂ ਬਾਹਰ ਕਿਉਂ ਨਹੀਂ। ਇਹ ਕਨਵਰਸੇਸ਼ਨ ਹੈ ਤੁਹਾਡੇ ਨਾਲ। ਸੋ ਸ਼ੇਅਰ ਕਰੋ, ਸਾਰਿਆਂ ਨਾਲ ਮਿਲੋ ਜੁਲੋ, ਆਪਣਾ ਭਾਰ ਘਟਾਓ, ਬਲੱਡ ਪ੍ਰੈਸ਼ਰ ਦੀ ਮੈਡੀਸਨ ਲਓ, ਆਪਣੀ ਵੈਕਸੀਨੇਸ਼ਨ ਦੀ ਮੈਂ ਗੱਲ ਨਹੀਂ ਕੀਤੀ ਹੈ, ਸੋ ਵੈਕਸੀਨੇਸ਼ਨ ਜ਼ਰੂਰ ਕਰਾਓ। ਆਪਣਾ ਜਿਹੜਾ ਟੈਟਨਸ ਦਾ ਐਵਰੀ 10 ਈਅਰ ਵੈਕਸੀਨੇਸ਼ਨ ਕਰਾਉਣਾ, ਨਿਮੋਨੀਆ ਦਾ ਇੰਜੈਕਸ਼ਨ ਕਰਾਉਣਾ ਤੁਸੀਂ, ਉਹ ਸਾਰੀਆਂ ਗੱਲਾਂ BC ਗਵਰਨਮੈਂਟ ਤੇ ਕਵਰ ਕੀਤੀਆਂ ਨੇ ਤੁਹਾਡੀਆਂ। ਤੁਹਾਨੂੰ ਐਕਸਟਰਾ ਪੈਸੇ ਦੇਣ ਦੀ ਕੋਈ ਜ਼ਰੂਰਤ ਨਹੀਂ। ਬਿਲਕੁਲ ਜੀ, ਧੰਨਵਾਦ ਜੀ ਅੱਜ ਦੀ ਇਨਫੋਰਮੇਸ਼ਨ ਦੇ ਲਈ। ਥੈਂਕ ਯੂ ਜੀ। ਸੋ ਡਾਕਟਰ ਚੀਮਾ ਨੇ ਅੱਜ ਫਿਰ ਤੋਂ ਸਾਨੂੰ ਦੱਸਿਆ ਬਲੱਡ ਪ੍ਰੈਸ਼ਰ ਦੇ ਬਾਰੇ, ਹਾਈਪਰਟੈਂਸ਼ਨ ਦੇ ਬਾਰੇ। ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਹਾਈਪਰਟੈਂਸ਼ਨ ਦੀ ਬਿਮਾਰੀ ਹੈਗੀ ਹੈ। ਹੁਣ ਤਾਂ ਏਜ ਵੀ ਨਹੀਂ ਹੈ ਕਿ 20 ਸਾਲ 30 ਸਾਲ ਜਾਂ 40 ਸਾਲ ਤੋਂ ਉੱਤੇ ਦੇ ਲੋਕਾਂ ਨੂੰ ਹੀ ਇਹ ਬਿਮਾਰੀ ਹੋ ਰਹੀ ਹੈ। ਕਿਸੇ ਨੂੰ ਵੀ ਇਹ ਬਿਮਾਰੀ ਹੋ ਸਕਦੀ ਹੈ। ਜਿਸ ਤਰ੍ਹਾਂ ਦੇ ਨਾਲ ਅਸੀਂ ਰਹਿ ਰਹੇ ਹਾਂ, ਜਿਸ ਤਰ੍ਹਾਂ ਦੇ ਨਾਲ ਸਾਡੀਆਂ ਹੈਬਿਟਸ ਹੈਗੀਆਂ ਨੇ, ਜਿਸ ਤਰ੍ਹਾਂ ਦਾ ਸਾਡਾ ਲਾਈਫ ਸਟਾਈਲ ਹੈਗਾ, ਥੋੜ੍ਹਾ ਜਿਹਾ ਚੇਂਜ ਕਰਨ ਦੀ, ਬੈਲੈਂਸ ਕਰਨ ਦੀ ਲੋੜ ਹੈਗੀ ਹੈ। ਡਾਕਟਰ ਦੇ ਨਾਲ ਲਗਾਤਾਰ ਕੰਸਲਟ ਕੀਤਾ ਜਾ ਸਕਦਾ ਹੈ, ਮੈਡੀਸਨ ਦਾ ਕੰਸਲਟ ਕੀਤਾ ਜਾ ਸਕਦਾ ਹੈ। ਪ੍ਰੋਵਿੰਸ ਦੇ ਵੱਲੋਂ, ਫੈਡਰਲ ਗਵਰਨਮੈਂਟ ਦੇ ਵੱਲੋਂ ਸਾਰੇ ਸਿਟੀਜ਼ਨਸ ਜਿਹੜੇ ਹੈਗੇ ਨੇ, ਜਿਹੜੇ ਵੀ ਇੱਥੇ ਰਹਿ ਰਹੇ ਹੈਗੇ ਨੇ, ਪਰਮਾਨੈਂਟ ਹੈਗੇ ਨੇ, ਉਹਨਾਂ ਦੇ ਲਈ ਅਲੱਗ-ਅਲੱਗ ਫੈਸਿਲਿਟੀਆਂ ਜਿਹੜੀਆਂ ਦਿੱਤੀਆਂ ਹੋਈਆਂ ਨੇ, ਉਹਨਾਂ ਫੈਸਿਲਿਟੀਆਂ ਦਾ ਲਾਭ ਉਠਾਇਆ ਜਾਵੇ। ਨਹੀਂ ਪਤਾ ਤਾਂ ਆਪਣੇ ਡਾਕਟਰ ਦੇ ਨਾਲ ਕੰਸਲਟ ਕੀਤਾ ਜਾ ਸਕਦਾ, ਫੈਮਿਲੀ ਡਾਕਟਰ ਤੋਂ ਰਾਏ ਜਿਹੜੀ ਉਹ ਲਈ ਜਾ ਸਕਦੀ ਹੈ। ਪਰ ਤੰਦਰੁਸਤ ਰਹੋ, ਇਹੀ ਅੱਜ ਦਾ ਸਾਡਾ ਜਿਹੜਾ ਤੁਹਾਡੇ ਤੱਕ ਮੈਸੇਜ ਹੈਗਾ। ਸੋ ਆਪਣੀ ਸਿਹਤ ਦਾ ਪਹਿਲਾਂ ਧਿਆਨ ਰੱਖਣਾ ਚਾਹੀਦਾ। ਸਾਡੀ ਸਿਹਤ ਨੂੰ ਅਸੀਂ ਖੁਦ ਆਪਣੇ ਹੱਥਾਂ ਦੇ ਨਾਲ ਹੀ ਸੰਵਾਰ ਸਕਦੇ ਹਾਂ। ਕੋਈ ਹੋਰ ਆ ਕੇ ਨਹੀਂ ਕਹੂਗਾ ਜੀ ਹਾਂ ਅੱਜ ਤੁਹਾਡੇ ਲਈ ਅਸੀਂ ਆਹ ਬਣਾ ਰਹੇ ਹਾਂ। ਹਾਂ, ਫੈਮਿਲੀ ਮੈਂਬਰ ਕੰਸਰਨ ਹੋਣਗੇ, ਪਰ ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਜਿਹੜਾ ਖਿਆਲ ਰੱਖਣਾ ਪੈਣਾ। ਸੋ ਤੰਦਰੁਸਤ ਰਹੋ, ਦੇਖਦੇ ਰਹੋ ਸਾਂਝਾ TV ਤੇ। ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।